ਪੰਜਾਬੀ ਟ੍ਰਿਬਿਊਨ ਦੇ ਦਰਸ਼ਕਾਂ ਅਤੇ ਪਾਠਕਾਂ ਨੂੰ ਸਤਿ ਸ਼੍ਰੀ ਅਕਾਲ। ਦੇਸ਼ ਦੇ ਵਿੱਚ ਅਤੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਆਪਣੀ ਚਰਮ 'ਤੇ ਹੈ। ਕਿਸਾਨ ਦਿੱਲੀ ਚਾਲੇ ਪਾ ਚੁੱਕੇ ਨੇ। ਬਹੁਤ ਰਸਤਿਆਂ ਦੇ ਵਿੱਚ ਰੁਕਾਵਟਾਂ ਦੇ ਬਾਵਜੂਦ ਦਿੱਲੀ ਚਲੇ ਗਏ ਨੇ। ਖਾਸ ਤੌਰ 'ਤੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਲਿਆਂਦੇ ਗਏ ਆਰਡੀਨੈਂਸ ਅਤੇ ਬਾਅਦ 'ਚ ਬਣੇ ਕਾਨੂੰਨ ਇਹਦਾ ਮੁੱਖ ਕਾਰਨ ਬਣੇ ਨੇ। ਪਰ ਖੇਤੀਬਾੜੀ ਓਵਰਆਲ ਵੀ ਇਦੋਂ ਪਹਿਲਾਂ ਵੀ ਬਹੁਤ ਜ਼ਿਆਦਾ ਸੰਕਟਾਂ ਦੇ ਵਿੱਚ ਘਿਰੀ ਹੈ ਅਤੇ ਇਹਦੇ 'ਤੇ ਓਵਰਆਲ ਦੇਸ਼ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਲਗਾਤਾਰ ਚਰਚਾ ਹੁੰਦੀ ਰਹੀ ਹੈ। ਅੱਜ ਅਸੀਂ ਕਿਸਾਨ ਅੰਦੋਲਨ ਬਾਰੇ ਤਾਂ ਗੱਲ ਕਰਾਂਗੇ ਹੀ, ਪਰ ਇਹਦੇ ਨਾਲ ਜੁੜਿਆ ਜਿਹੜਾ ਖੇਤੀਬਾੜੀ ਦਾ ਵੱਡਾ ਸੰਕਟ ਹੈ ਉਹਦੇ ਨਾਲ ਵੀ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਦੇਸ਼ ਦੇ ਵਿੱਚ ਖੇਤੀਬਾੜੀ ਅਤੇ ਫੂਡ ਪਾਲਿਸੀ ਦੇ ਮੁੱਦੇ ਦੇ ਉੱਤੇ ਲਗਾਤਾਰ ਆਪਣੀ ਬੇਬਾਕ ਗੱਲ ਕਰਨ ਦੇ ਲਈ ਜਾਣੇ ਜਾਂਦੇ ਦਵਿੰਦਰ ਸ਼ਰਮਾ ਜੀ। ਦਵਿੰਦਰ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਪਹਿਲਾਂ ਤਾਂ ਕਿਸਾਨ ਅੰਦੋਲਨ ਜਿਸ ਤਰ੍ਹਾਂ ਵੱਧ ਰਿਹਾ ਹੈ, ਖਾਸ ਤੌਰ 'ਤੇ ਪੰਜਾਬ 'ਚ, ਹਰਿਆਣੇ 'ਚ ਜਾਂ ਕੁਝ ਹੋਰਾਂ ਸੂਬਿਆਂ ਦੇ ਵਿੱਚ ਵੀ, ਉਹਦੇ ਤੁਹਾਡੀ ਤੁਰੰਤ ਕੀ ਟਿੱਪਣੀ ਹੈ? ਦੇਖੋ, ਮੇਰਾ ਮੰਨਣਾ ਹੈ ਕਿ ਪੰਜਾਬ ਦਾ ਜਿਹੜਾ ਮੂਵਮੈਂਟ ਸ਼ੁਰੂ ਹੋਇਆ ਕਿਸਾਨਾਂ ਦਾ, ਇਹ ਬਹੁਤ ਮਾਨਿਆਂ ਵਿੱਚ ਹਿਸਟੋਰਿਕ ਹੈ। ਹਿਸਟੋਰਿਕ ਇਸ ਕਰਕੇ ਹੈ ਕਿ ਵੀ ਇੰਨਾ ਲੰਬਾ ਅਰਸਾ 2 ਮਹੀਨੇ ਤੋਂ ਜ਼ਿਆਦਾ ਹੋ ਗਏ ਹੈਗੇ ਕਿਸਾਨ ਇੰਨੀ ਠੰਡ ਵਿੱਚ ਸੜਕਾਂ 'ਤੇ ਬੈਠਣਾ ਲਗਾਤਾਰ, ਕਦੀ ਰੇਲ ਟਰੈਕ 'ਤੇ, ਕਦੀ ਸੜਕਾਂ 'ਤੇ, ਕਦੀ ਟੋਲ 'ਤੇ, ਮਤਲਬ ਕਹਿੰਦਾ ਹੈਗਾ ਕਿ ਇਹ ਕੰਟੀਨਿਊਟੀ ਇੱਕ ਜਿਹੜੀ ਹੈਗੀ ਆ, ਔਰ ਉਹ ਕੰਟੀਨਿਊਟੀ ਸਪੌਂਟੇਨੀਅਸ ਇੱਕ ਜਦ ਬਿੱਲ ਆਏ ਹੈਗੇ ਉਹਦੇ ਬਾਅਦ ਜਿਹੜਾ ਗੁੱਸਾ ਕਿਸਾਨਾਂ ਦਾ ਨਿਕਲ ਕੇ ਆਇਆ ਹੈਗਾ, ਉਹਦਾ ਰਿਜ਼ਲਟ ਹੈਗਾ। ਲੇਕਿਨ ਇੰਪੋਰਟੈਂਟ ਗੱਲ ਹੈਗੀ ਕਿ ਸ਼ਾਇਦ ਪਹਿਲੀ ਵਾਰ, ਮੈਂ ਹੋ ਸਕਦਾ ਕਿ 1-2 ਇੰਸਟੈਂਸਿਸ ਸਾਡੇ ਕੋਲ ਹੋਣਗੇ, ਬਟ ਬਾਏ ਐਂਡ ਲਾਰਜ ਪਹਿਲੀ ਵਾਰ ਮੈਂ ਦੇਖਿਆ ਕਿ ਬਈ ਫਾਰਮਰਸ ਮੂਵਮੈਂਟ ਜਿਹੜਾ ਹੈਗਾ ਉਹਦੇ ਉੱਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਬਈ ਇਹ ਰਿਲੀਜੀਅਸਲੀ ਮੋਟੀਵੇਟਿਡ ਹੈ ਜਾਂ ਇਹ ਪੋਲੀਟੀਕਲ ਆਈਡੀਓਲੋਜੀ ਨਾਲ ਮੋਟੀਵੇਟਿਡ ਹੈ। ਇਨਫੈਕਟ ਉਲਟਾ ਹੋਇਆ ਹੈਗਾ ਕਿ ਫਾਰਮਰਸ ਮੂਵਮੈਂਟ ਨੇ ਬਹੁਤ ਰਿਲੀਜਨ ਐਜ਼ ਵੈਲ ਐਜ਼ ਪੋਲੀਟਿਕਸ ਨੂੰ ਆਪਣੇ ਪਿੱਛੇ ਲਗਾਇਆ ਹੈਗਾ, ਵਿਚ ਇਜ਼ ਰਿਮਾਰਕੇਬਲ। ਮੈਂ ਕਿਤੇ ਦੇਖਿਆ ਨਹੀਂ ਹੈ ਇਸ ਤਰ੍ਹਾਂ ਹੁੰਦਾ ਹੋਇਆ। ਤਾਂ ਮੈਨੂੰ ਲੱਗਦਾ ਕਿ ਇਹ ਪੰਜਾਬ ਦਾ ਜਿਹੜਾ ਮੂਵਮੈਂਟ ਹੈ ਕਿੱਥੇ ਤੱਕ ਲੈ ਕੇ ਜਾਏਗਾ ਇਹ ਅਲੱਗ ਗੱਲ ਹੈ, ਪਰ ਅੱਜ ਤੱਕ ਉਹਨਾਂ ਨੇ ਜਿੰਨਾ ਵੀ ਪ੍ਰੋਸੈਸ ਲੰਬਾ ਅਰਸਾ ਪਾਰ ਕੀਤਾ ਹੈਗਾ, 2 ਮਹੀਨਿਆਂ ਦੇ ਤਕਰੀਬਨ ਹੋ ਗਿਆ ਸੜਕਾਂ 'ਤੇ, ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਬੜਾ ਇੱਕ ਮੈਸੇਜ, ਸੰਦੇਸ਼ ਦੇਸ਼ ਨੂੰ ਦੇ ਕੇ ਜਾਏਗਾ। ਔਰ ਇਹੀ ਇੱਕ ਸਕਸੈਸ ਜਿਹੜੀ ਮੂਵਮੈਂਟ ਦੀ ਹੈ ਕਿ ਜਿਹੜਾ ਮੈਸੇਜ ਸੀਗਾ ਲਾਊਡ ਐਂਡ ਕਲੀਅਰ, ਸਾਫ਼ ਦੇਸ਼ ਨੂੰ ਸਮਝ ਆ ਜਾਣਾ ਚਾਹੀਦਾ। ਜਿਹੜਾ ਤਰੀਕਾਕਾਰ, ਜਿਵੇਂ ਕਰੋਨਾ ਦਾ ਬਹੁਤ ਜ਼ਿਆਦਾ ਕ੍ਰਾਈਸਿਸ ਚੱਲ ਰਿਹਾ ਸੀ ਅਤੇ ਉਹਦੇ ਦੌਰਾਨ ਆਰਡੀਨੈਂਸ ਵੀ ਆਏ ਅਤੇ ਫਿਰ ਪਾਰਲੀਮੈਂਟ ਦੇ ਵਿੱਚ ਵੀ ਹੋਇਆ, ਜਿਹੜੇ ਸਟੇਕ ਹੋਲਡਰ ਨੇ, ਖਾਸ ਤੌਰ 'ਤੇ ਕਿਸਾਨ ਹੈ, ਕਿਸਾਨ ਜਥੇਬੰਦੀਆਂ, ਉਹਦੇ ਨਾਲ ਗੱਲਬਾਤ ਨਾ ਵੀ ਕਰਨਾ, ਹੁਣ ਵੀ ਗੱਲਬਾਤ ਇੱਕ ਬੜੇ ਲੰਮੇ ਸਟਰਗਲ ਤੋਂ ਬਾਅਦ ਕਰਨੀ, ਇਹਦੇ ਪਿੱਛੇ ਕੀ ਮਤਲਬ ਗੌਰਮੈਂਟ ਆਫ ਇੰਡੀਆ ਕਿਵੇਂ ਸੋਚਦੀ ਸੀ? ਕਿਉਂ ਨਹੀਂ ਇਹ ਗੱਲਬਾਤ ਕਰਨ ਦੀ ਜ਼ਰੂਰਤ ਸਮਝੀ ਗਈ? ਤੁਸੀਂ ਕੀ ਕਾਰਨ ਮਹਿਸੂਸ ਕਰਦੇ? ਦੇਖੋ, ਇਹ ਬੜਾ ਇੰਟਰਸਟਿੰਗ ਆਸਪੈਕਟ ਹੈਗਾ ਜਿਹੜਾ ਕਿ ਕਈ ਜਗ੍ਹਾ 'ਤੇ ਗੱਲ ਹੋ ਰਹੀ ਹੈ ਕਿ ਜਦ ਕਿਸਾਨਾਂ ਵਾਸਤੇ ਤੁਸੀਂ ਲਾਅ ਲੈ ਕੇ ਆਉਂਦੇ ਹੋ ਤਾਂ ਪਹਿਲੇ ਤੁਸੀਂ ਆਰਡੀਨੈਂਸ ਲੈ ਕੇ ਆਏ ਜੂਨ 5 ਨੂੰ, ਔਰ ਆਰਡੀਨੈਂਸ ਦੀ ਪ੍ਰੋਸੈਸ ਜਾਂ ਜਿਹੜੇ ਲੀਗਲ ਪ੍ਰੋਸੈਸ ਜਿਹੜੀ ਸੀਗੀ ਜਾਂ ਪਾਰਲੀਮੈਂਟਰੀ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਜਦ ਲਾਅ ਬਣਨ ਦੀ ਗੱਲ ਆਈ ਹੈ, ਉਹ ਸਾਰੀ ਜਿਹੜੀ ਇੱਕ ਪ੍ਰਤੀਕਿਰਿਆ ਵਿੱਚ ਕਿਤੇ ਵੀ ਕਿਸਾਨਾਂ ਨੂੰ ਇਨਵੋਲਵ ਨਹੀਂ ਕੀਤਾ ਗਿਆ। ਸਟੇਕ ਹੋਲਡਰ ਕਿਸਾਨ ਹੈ ਲੇਕਿਨ ਕਿਸਾਨਾਂ ਨੂੰ ਉਹ 'ਚ ਇਨਵੋਲਵ ਨਹੀਂ ਕੀਤਾ ਗਿਆ। ਸਰਕਾਰ ਇਹ ਆਪਣੇ ਆਪ ਮੰਨ ਕੇ ਚੱਲ ਪੈਂਦੀ ਹੈ ਕਿ ਇਹ ਜਿਹੜੇ ਲਾਜ਼ ਹੈਗੇ ਆ ਇਹ ਕਿਸਾਨਾਂ ਵਾਸਤੇ ਬਹੁਤ ਅੱਛੇ ਹੋਣਗੇ। ਬਲਕਿ ਇੱਕ ਸਵਾਲ ਮੈਨੂੰ ਯਾਦ ਹੈ, ਹਮੀਰ ਜੀ ਇੱਕ ਪਰ ਮੈਨੂੰ ਪੁੱਛਿਆ ਗਿਆ ਇੱਕ ਟੈਲੀਵਿਜ਼ਨ ਚੈਨਲ 'ਤੇ, ਉਹ ਕਹਿੰਦੇ ਕਿ ਜਦ ਮਾਰਕੀਟਸ ਇੰਨੇ ਐਕਸਾਈਟਿਡ ਹੈਗੀਆਂ ਕਿ ਇਹ ਜਿਹੜੇ ਲਾਜ਼ ਆਏ ਹੈਗੇ ਕਿਸਾਨਾਂ ਨੂੰ ਬੈਨੀਫਿਟ ਕਰਨਗੀਆਂ, ਤਾਂ ਕਿਸਾਨ ਕਿਉਂ ਨਾਰਾਜ਼ ਹੈਗੇ, ਕਿਸਾਨ ਕਿਉਂ ਆਪਣਾ ਗੁੱਸਾ ਦਿਖਾ ਰਹੇ ਹੈਗੇ ਸੜਕਾਂ 'ਤੇ? ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਵਾਲ ਦਾ ਜਵਾਬ ਤਾਂ ਦੇ ਦਿੱਤਾ ਕਿ ਇਹ ਜਿਹੜੇ ਲਾਜ਼ ਬਣੇ ਹੈਗੇ ਬੇਸਿਕਲੀ ਮਾਰਕੀਟਸ ਵਾਸਤੇ ਬਣੇ, ਬੇਸਿਕਲੀ ਐਗਰੀ ਬਿਜ਼ਨਸ ਜਾਂ ਕਾਰਪੋਰੇਟਸ ਵਾਸਤੇ ਬਣੇ ਹੈਗੇ, ਤਾਂ ਉਹ ਐਕਸਾਈਟਿਡ ਤਾਂ ਹੋਣਗੇ। ਕਿਸਾਨਾਂ ਨੂੰ ਪਤਾ ਹੈ, ਉਹਨਾਂ ਨੂੰ ਸਮਝ ਆਉਂਦੀ ਹੈ ਕਿ ਇਹ ਲਾਅ ਸਾਡੇ ਵਾਸਤੇ ਨਹੀਂ ਹੈਗੇ ਆ, ਤਾਂ ਉਹਨਾਂ ਦਾ ਗੁੱਸਾ ਜਿਹੜਾ ਹੈਗਾ ਪ੍ਰਗਟ ਹੋ ਰਿਹਾ ਸੜਕਾਂ 'ਤੇ। ਤਾਂ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਕਿਹਦੇ ਵਾਸਤੇ ਹੈਗੇ ਔਰ ਕਿਹਦੇ ਵਾਸਤੇ ਇਹਨੂੰ ਬੈਨੀਫਿਟ ਨਹੀਂ ਮਿਲੇਗਾ, ਕਿਸ ਤਬਕੇ ਨੂੰ, ਬੇਸਿਕਲੀ ਫਾਰਮਰਸ ਨੂੰ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਵਰਨਮੈਂਟ ਨੇ ਜੋ ਇੱਕ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਇਨ ਡੈਮੋਕ੍ਰੇਸੀ ਕਿ ਤੁਸੀਂ ਗੱਲਬਾਤ ਕਰਕੇ ਲਾਜ਼ ਬਣਾਓ ਜਿਹੜੇ ਹਰ ਸੈਗਮੈਂਟ ਨੂੰ ਬੈਨੀਫਿਟ ਕਰਨ, ਉਹ ਕਿਤੇ ਪ੍ਰੋਸੈਸ ਨੂੰ ਇਗਨੋਰ ਕੀਤਾ ਹੈਗਾ, ਜਾਂ ਉਸ ਪ੍ਰੋਸੈਸ ਦਾ ਜਿਹੜਾ ਨਹੀਂ ਹੋਣਾ ਹੀ ਇਹ ਰਿਜ਼ਲਟ ਹੈ ਕਿ ਇਹਦਾ ਆਊਟਕਮ ਜਿਹੜਾ ਹੈਗਾ ਇਹ ਇੰਨਾ ਮਾਸ ਪ੍ਰੋਟੈਸਟ ਜਿਹੜਾ ਅਸੀਂ ਪੰਜਾਬ 'ਚ ਦੇਖ ਰਹੇ ਹੈਗੇ। ਇਸ ਸਟਰਗਲ 'ਚੋਂ ਮੁੱਖ ਤੌਰ 'ਤੇ MSP ਦਾ ਮੁੱਦਾ ਆ ਰਿਹਾ ਅਤੇ ਦੂਜਾ ਆ ਰਿਹਾ ਸਟੇਟਾਂ ਕਹਿ ਰਹੀਆਂ ਨੇ ਕਿ ਸਾਡੇ ਹੱਕਾਂ ਦਾ ਸਵਾਲ ਹੈ ਵੀ ਖੇਤੀ ਸਬਜੈਕਟ ਜਿਹੜਾ ਰਾਜਾਂ ਦੀ ਰਾਜ ਸੂਚੀ ਦਾ ਵਿਸ਼ਾ ਸੀ। ਕੀ ਇਹ ਮਾਮਲਾ ਕੇਵਲ MSP ਜਾਂ ਇਸ ਹੱਦ ਤੱਕ ਹੀ ਸੀਮਤ ਹੈ, ਜਾਂ ਇਹ ਕੋਈ ਇਦੋਂ ਵੀ ਵੱਡਾ ਸਵਾਲ ਹੈ ਜਿਹਨੂੰ ਐਡਰੈਸ ਕਰਨ ਦੀ ਲੋੜ ਹੈ? ਦੇਖੋ, ਇਹ ਪੋਲੀਟੀਕਲ ਜਿਹੜਾ ਇਸ਼ੂ ਹੈਗਾ ਕਿ ਵੀ ਸਟੇਟ ਦਾ ਜਿਹੜਾ ਇਸ਼ੂ ਹੈ ਕਿ ਫੈਡਰੇਸ਼ਨ ਦੇ ਵਿੱਚ ਇਹ ਹੋਣਾ ਚਾਹੀਦਾ, ਉਹ ਸਾਰੀ ਗੱਲਾਂ ਤਾਂ ਇੱਕ ਪਾਸੇ ਰੱਖਦੇ ਹੀ ਅਸੀਂ। ਮੈਨੂੰ ਲੱਗਦਾ ਕਿ ਜਿਹੜਾ ਫਾਰਮਰਸ ਮੂਵਮੈਂਟ ਦਾ ਇੱਕ ਨਹੀਂ ਬਲਕਿ 2 ਮੈਸੇਜਿਸ ਬੜੇ ਲਾਊਡ ਐਂਡ ਕਲੀਅਰ ਹੈਗੇ। 2 ਮੈਸੇਜਿਸ ਇਹ ਹੈਗੇ ਕਿ ਪਹਿਲੀ ਗੱਲ ਤਾਂ ਪਾਲਿਸੀ ਮੇਕਰਸ ਵਾਸਤੇ ਜੋ ਉਹਨਾਂ ਨੇ ਗੁੱਸਾ ਆਪਣਾ ਪ੍ਰਗਟ ਕਰ ਰਹੇ ਹੈ ਕਿਸਾਨ, ਉਹ ਪ੍ਰਾਇਮਰੀਲੀ ਇਹ ਕਹਿ ਰਿਹਾ ਹੈਗਾ ਕਿ ਉਹਨਾਂ ਨੂੰ ਅਸ਼ੋਰਡ ਇਨਕਮ ਚਾਹੀਦੀ ਹੈਗੀ।
ਬੇਸਿਕਲੀ ਉਹ ਕਹਿੰਦੇ ਕਿ ਜਿਹੜੀ ਵੋਲੈਟਿਲਿਟੀ ਆਫ ਮਾਰਕੀਟਸ ਹੈ, ਯਾਨੀ ਜੋ ਉਤਾਰ ਚੜਾਵ ਚੜ੍ਹਦਾ ਹੈਗਾ ਮਾਰਕੀਟਸ ਦੇ ਵਿੱਚ, ਅਸੀਂ ਦੇਖਦੇ ਹਾਂ ਕਦੀ ਭਿੰਡੀ 1 ਰੁਪਏ ਕਿਲੋ ਵਿਕਦੀ ਹੈ, ਤਾਂ ਕਦੀ 20 ਰੁਪਏ ਕਿਲੋ ਵਿਕਦੀ ਹੈ। ਫਿਰ ਅਸੀਂ ਇਹ ਵੀ ਜਾਣਦੇ ਹਾਂ ਕਿ ਆਲੂ ਦਾ ਭਾਅ ਜਿਹੜਾ ਹੈਗਾ ਕਦੀ 100 ਰੁਪਏ ਕ੍ਰਾਸ ਕਰਦਾ ਹੈ, ਕਦੀ 8 ਰੁਪਏ ਵੀ ਨਹੀਂ ਵਿਕਦਾ ਹੈਗਾ। ਉਹ ਜਿਹੜੀ ਵੋਲੈਟਿਲਿਟੀ ਹੈ, ਔਰ ਉਹ ਸਿਰਫ ਇਹਨਾਂ ਵੈਜੀਟੇਬਲਸ ਤੱਕ ਹੀ ਸੀਮਿਤ ਨਹੀਂ ਹੈ, ਔਰ ਇਸ 1-2 ਸਾਲ ਤੱਕ ਵੀ ਸੀਮਿਤ ਨਹੀਂ ਹੈ। ਉਹ ਜਿਹੜੀ ਪ੍ਰੋਸੈਸ ਨੇ ਕਿਸਾਨਾਂ ਨੂੰ ਡੈਲੀਬਰੇਟਲੀ ਜਿਹੜਾ ਡਿਪਰਾਈਵ ਕੀਤਾ ਹੈਗਾ ਉਹਦੀ ਇਨਕਮ ਤੋਂ, ਉਹ ਮੈਨੂੰ ਲੱਗਦਾ ਕਿ ਰੋਸ਼ ਜਿਹੜਾ ਸੀਗਾ ਬਿਲਡਅਪ ਹੁੰਦਾ ਗਿਆ। ਐਕਚੁਅਲੀ ਇਹ ਬਿਲਡਅਪ ਹੈ ਉਹ ਸਾਰਾ, ਔਰ ਉਹ ਬਿਲਡਅਪ ਜਿਹੜਾ ਹੈਗਾ ਉਹ ਇਸ ਰਸਤੇ ਤੋਂ ਨਿਕਲਿਆ ਹੈਗਾ। ਔਰ ਇਹ ਇੱਕ ਮੈਸੇਜ ਬਹੁਤ ਕਲੀਅਰ ਹੈ ਕਿ ਸਾਨੂੰ ਕਿਸਾਨਾਂ ਨੂੰ ਅਸ਼ੋਰਡ ਇਨਕਮ ਚਾਹੀਦੀ ਹੈਗੀ ਹੈ। ਇੱਕ ਗੱਲ ਤਾਂ ਇਹ ਹੈ ਬਾਈ ਵੇ ਆਫ MSP ਉਹ ਇੱਕ ਰਸਤਾ ਹੋ ਗਿਆ, ਲੇਕਿਨ ਬੇਸਿਕਲੀ ਮੈਸੇਜ ਇਹ ਕਨਵੇ ਹੈ ਕਿ ਅਸ਼ੋਰਡ ਇਨਕਮ ਚਾਹੀਦੀ ਹੈ। ਦੂਸਰੀ ਗੱਲ ਹੈ ਕਿ ਇਹਨਾਂ ਨੇ ਇੱਕ ਹੋਰ ਚੀਜ਼ ਮੇਰਾ ਮੰਨਣਾ ਹੈ ਕਿ ਉਹ ਇੱਕ ਜਿਹੜਾ ਮੈਸੇਜ ਨਿਕਲਦਾ ਹੈ ਲਾਊਡ ਐਂਡ ਕਲੀਅਰ, ਉਹ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਤਰਫਦਾਰੀ ਕਰਨੀ ਚਾਹੀਦੀ ਸੀ ਜਾਂ ਆਰਗੂਮੈਂਟ ਕਰਨੀ ਚਾਹੀਦੀ ਸੀ ਜਾਂ ਇਸ ਤਰ੍ਹਾਂ ਦਾ ਇੱਕ ਮੈਸੇਜ ਕਨਵੇ ਕਰਨਾ ਚਾਹੀਦਾ ਪਾਲਿਸੀ ਵਿੱਚ ਇਨਫਲੂਐਂਸ ਕਰਨ ਵਾਸਤੇ, ਉਹ ਸੀਗੇ ਐਗਰੀਕਲਚਰ ਇਕੋਨਮਿਸਟ ਜਾਂ ਮੇਨਲਾਈਨ ਇਕੋਨਮਿਸਟ ਦੇ। ਉਹਨਾਂ ਦਾ ਜਿਹੜਾ ਫੇਲੀਅਰ ਹੈਗਾ ਕਿ ਉਹਨਾਂ ਨੇ ਅੱਜ ਤੱਕ ਇਸ ਗੱਲ ਨੂੰ ਐਮਫਸਾਈਜ਼ ਨਹੀਂ ਕੀਤਾ ਕਿ ਕਿਸਾਨ ਮਰ ਰਿਹਾ ਹੈਗਾ ਤਾਂ ਬੇਸਿਕਲੀ ਪ੍ਰੋਡਕਟਿਵਿਟੀ ਦੇ ਕਰਕੇ ਨਹੀਂ ਮਰ ਰਿਹਾ। ਇਟ ਇਜ਼ ਨਾਟ ਦੈਟ ਬਿਗ ਏ ਇਸ਼ੂ ਜਿਹੜਾ ਹੈਗਾ ਕਿ ਉਹਨੂੰ ਇਨਕਮ ਤੋਂ ਡਿਪਰਾਈਵ ਕੀਤਾ ਗਿਆ, ਇਨਕਮ ਤੋਂ ਜਿਹੜੇ ਉਹਦਾ ਹੱਕ ਬੰਦਾ ਸੀਗਾ ਉਹ ਨਹੀਂ ਦਿੱਤਾ ਗਿਆ। ਔਰ ਉਹ ਸਦੀਆਂ ਤੋਂ ਜਿਹੜਾ ਬਿਲਡਅਪ, ਸਦੀਆਂ ਮਤਲਬ ਕਈ ਦਸ਼ਕਾਂ ਤੋਂ ਜਿਹੜਾ ਬਿਲਡਅਪ ਹੁੰਦਾ ਗਿਆ ਹੈਗਾ, ਉਹ ਕਿਉਂਕਿ ਇਹ ਤਬਕਾ ਜਿਹੜਾ ਸੀਗਾ ਇਹਨਾਂ ਨੇ ਜਿਹੜੇ ਉਹਦੇ ਵੌਇਸ ਹੋਣੇ ਚਾਹੀਦੇ ਸੀਗੇ, ਉਹਨਾਂ ਨੇ ਆਪਣਾ ਰੋਲ ਨਹੀਂ ਅਦਾ ਕੀਤਾ। ਉਹ ਫਾਰਮਰਸ ਹੁਣ ਖੁਦ ਉਤਰ ਕੇ ਆਏ ਹੈਗੇ ਆ। ਹੁਣ ਮੈਨੂੰ ਲੱਗਦਾ ਕਿ ਇਟ ਸ਼ੁੱਡ ਕਾਲ ਫॉर ਅ ਰੀਥਿੰਕਿੰਗ ਇਨ ਐਗਰੀਕਲਚਰ ਇਕਨੋਮਿਕਸ ਆਲਸੋ, ਕਿਉਂਕਿ ਮੈਂ ਹਰ ਜਗ੍ਹਾ ਕਿਹਾ ਹੈਗਾ ਕਿ ਇਟ ਇਜ਼ ਨਾਟ ਦੀ ਫਾਰਮਰਸ ਹੂ ਫੇਲਡ, ਇਟ ਇਜ਼ ਦੀ ਐਗਰੀਕਲਚਰ ਇਕੋਨਮਿਸਟ ਹੂ ਫੇਲਡ ਦੀ ਫਾਰਮਰਸ। ਮੈਂ ਕਿਉਂ ਇਹ ਗੱਲ ਕਹਿ ਰਿਹਾ ਹੈਗਾ ਕਿਉਂਕਿ ਜਿਸ ਤਬਕੇ ਨੂੰ ਕਿਸਾਨਾਂ ਦੀ ਤਰਫੋਂ ਇੱਕ ਜਿਸ ਤਰ੍ਹਾਂ ਲੀਗਲ ਅਸੀਂ ਕੋਰਟ 'ਚ ਦੇਖਦੇ ਹੈਗੇ ਤਰਫਦਾਰੀ ਕਰਨੀ ਚਾਹੀਦੀ ਸੀਗੀ, ਉਹ ਸ਼ਾਇਦ ਕਿਤੇ ਫੇਲ ਹੋ ਗਏ ਹੈਗੇ। ਔਰ ਇਹੀ ਕਾਰਨ ਹੈਗਾ ਕਿ ਐਗਰੇਰੀਅਨ ਡਿਸਟ੍ਰੈਸ ਜਿਹੜਾ ਕੰਟਰੀ ਦਾ ਹੈਗਾ ਉਹ ਇੰਨੇ ਸਾਲ ਚੱਲਦਾ ਰਿਹਾ, ਹਾਲੇ ਵੀ ਚੱਲ ਰਿਹਾ ਹੈਗਾ। ਔਰ ਉਹਨੂੰ ਕਿਤੇ ਨਾ ਕਿਤੇ ਬੋਥ ਪਾਲਿਸੀ ਮੇਕਰਸ ਐਜ਼ ਵੈਲ ਐਜ਼ ਜਿਹੜੇ ਸਾਡੇ ਐਕੈਡਮੀਆ ਹੈ, ਦੋਨਾਂ ਨੇ ਫੇਲ ਕੀਤਾ ਸੀਗਾ। ਅਤੇ ਇਹ ਮੈਸੇਜ ਦੋਨਾਂ ਵਾਸਤੇ ਹੈਗਾ, ਨਾਟ ਓਨਲੀ ਫॉर ਵਨ ਕਮਿਊਨਿਟੀ ਔਰ ਕਲਾਸ। ਆਮ ਤੌਰ 'ਤੇ ਇੱਕ ਚਰਚਾ, ਪਹਿਲਾਂ ਵੀ ਤੁਸੀਂ ਕਈ ਵਾਰ ਇਸ ਮੁੱਦੇ 'ਤੇ ਗੱਲ ਕਰਦੇ ਹੋ, ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਐਗਰੀਕਲਚਰ ਇਕੋਨਮਿਸਟ ਨੇ ਖਾਸ ਤੌਰ 'ਤੇ, ਉਹ ਕਿਸੇ ਵੀ ਵਿਚਾਰਧਾਰਾ ਨਾਲ ਹੋਣ, ਖੱਬੇ ਪੱਖੀਆਂ ਨਾਲ ਹੋਣ, ਕਾਰਪੋਰੇਟ ਦੇ ਹੋਣ, ਜਿਹੜੇ ਮਰਜ਼ੀ, ਔਰ ਇੱਕ ਗੱਲ 'ਤੇ ਸਹਿਮਤ ਹੁੰਦੇ ਨਜ਼ਰ ਆਉਂਦੇ ਨੇ, ਇੱਕ ਲਛਮਣ ਰੇਖਾ ਦੇ ਅੰਦਰ ਨਜ਼ਰ ਆਉਂਦੇ ਨੇ। ਉਹ ਕਹਿੰਦੇ ਖੇਤੀ 'ਚੋਂ ਤਾਂ ਬੰਦੇ ਕੱਢਣੇ ਹੀ ਪੈਣਗੇ, ਡਿਵੈਲਪਮੈਂਟ ਤਾਂ ਹੀ ਸੰਭਵ ਹੈ। ਖੇਤੀ 'ਚੋਂ ਇੰਡਸਟਰੀ 'ਚ ਲੈ ਜਾਓ, ਸਰਵਿਸ ਸੈਕਟਰ 'ਚ ਲੈ ਜਾਓ। ਔਰ ਇਹ ਕਿੰਨੀ ਕੁ ਗੱਲ ਦਰੁਸਤ ਹੈ, ਕਿਉਂਕਿ ਜੇ ਉਹ ਵਿਕਸਿਤ ਦੇਸ਼ਾਂ ਦੀ ਜਿਹੜੀ ਅਸੀਂ ਨਕਲ ਮਾਰਦੇ ਹਾਂ, ਉਹਨੇ ਤਾਂ ਕੱਢ ਲਏ ਕਿਸੇ ਨਾ ਕਿਸੇ, ਸਾਡੇ ਬੰਦੇ ਕਿੱਥੇ ਲੈ ਕੇ ਜਾਣਗੇ ਲੋਕਾਂ ਨੂੰ ਕੱਢ ਕੇ? ਤਾਂ ਇਹਦੇ ਪਿੱਛੇ ਕੀ ਹੈ? ਕੀ ਇਹ ਸੋਲੂਸ਼ਨ ਹੈ ਜਾਂ ਕੋਈ ਅਲਟਰਨੇਟਿਵ ਆਊਟ ਆਫ ਬਾਕਸ ਸੋਚਣ ਦੀ ਲੋੜ ਹੈ? ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਫੰਡਾਮੈਂਟਲ ਸਵਾਲ ਜਿਹੜਾ ਤੁਸੀਂ ਪੁੱਛਿਆ ਹੈਗਾ, ਇਹਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈਗਾ। ਔਰ ਮੈਨੂੰ ਲੱਗਦਾ ਇੱਕ ਤੁਹਾਨੂੰ ਮੈਂ ਥੋੜ੍ਹਾ ਜਿਹਾ ਅਗਰ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗਾ ਇਸ ਗੱਲ 'ਤੇ ਕਿ 1996 ਦੀ ਗੱਲ ਹੈ ਜੀ, 1996 ਮੈਨੂੰ ਹਾਲੇ ਤੱਕ ਐਗਜ਼ੈਕਟਲੀ ਯਾਦ ਹੈ। ਇੱਕ ਕਾਨਫਰੰਸ ਹੋਈ ਸੀਗੀ MS ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਚੇਨਈ ਵਿੱਚ। ਉਹਦੇ ਵਿੱਚ ਡਾਕਟਰ ਇਸਮਾਇਲ ਸਰਾਗਲਡਨ ਸਾਹਿਬ ਵਰਲਡ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਸੀਗੇ ਸਸਟੇਨੇਬਲ ਡਿਵੈਲਪਮੈਂਟ ਦੇ ਉਸ ਟਾਈਮ। ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀਗਾ ਕਿ ਵਰਲਡ ਬੈਂਕ ਦਾ ਐਸਟੀਮੇਟ ਹੈ ਕਿ ਅਗਲੇ 20 ਸਾਲ ਯਾਨੀ 2015 ਤੱਕ ਜੋ ਲੋਕ ਪਿੰਡਾਂ 'ਚੋਂ ਨਿਕਲ ਕੇ ਸ਼ਹਿਰਾਂ 'ਚ ਪਲਾਨ ਕਰਨਗੇ, ਸ਼ਹਿਰਾਂ ਦੀ ਤਰਫ ਪਲਾਨ ਕਰਨਗੇ, ਉਹਨਾਂ ਦੀ ਜਨਸੰਖਿਆ ਹਿੰਦੁਸਤਾਨ ਵਿੱਚ ਤਕਰੀਬਨ ਇੰਗਲੈਂਡ, ਫਰਾਂਸ ਔਰ ਜਰਮਨੀ ਦੀ ਜਨਸੰਖਿਆ ਤੋਂ ਦੁੱਗਣੀ ਹੋਏਗੀ। ਹਮੀਰ ਜੀ, ਉਸ ਟਾਈਮ ਇਨ ਤਿੰਨਾਂ ਦੇਸ਼ਾਂ ਦੀ ਇੰਗਲੈਂਡ, ਫਰਾਂਸ ਔਰ ਜਰਮਨੀ ਦੀ ਜਨਸੰਖਿਆ 20 ਕਰੋੜ ਸੀਗੀ। ਵਰਲਡ ਬੈਂਕ ਦਾ ਐਸਟੀਮੇਟ ਇਹ ਸੀਗਾ ਕਿ 40 ਕਰੋੜ ਲੋਕ ਪਿੰਡਾਂ ਤੋਂ ਨਿਕਲ ਕੇ ਸ਼ਹਿਰ ਦੀ ਤਰਫ ਆਉਣਗੇ ਅਗਲੇ 20 ਸਾਲ ਵਿੱਚ। ਮੈਂ ਬਹੁਤ ਸਾਲ ਸੋਚਦਾ ਰਿਹਾ ਕਿ ਸ਼ਾਇਦ ਇਹ ਸਾਨੂੰ ਵਾਰਨਿੰਗ ਦੇ ਰਹੇ ਹੈਗੇ ਆ, ਅਲਰਟ ਕਰ ਰਹੇ ਆ, ਸੁਚੇਤ ਕਰ ਰਹੇ ਹੈਗੇ। ਪਰ ਮੈਨੂੰ ਬਾਅਦ ਸਮਝ ਆਇਆ ਕਿ ਨਹੀਂ, ਇਹ ਐਕਚੁਅਲੀ ਸਾਨੂੰ ਡਾਇਰੈਕਟਿਵ ਸੀਗਾ ਕਿ ਤੁਸੀਂ ਇਹ ਕਰਨਾ ਹੈ। ਹੁਣ ਕਿਉਂ ਮੈਂ ਕਹਿ ਰਿਹਾ ਹੈਗਾ, 2008 ਦਾ ਤੁਸੀਂ ਅਗਰ ਵਰਲਡ ਡਿਵੈਲਪਮੈਂਟ ਰਿਪੋਰਟ ਪੜ੍ਹੋ, ਹਰ ਸਾਲ ਵਰਲਡ ਡਿਵੈਲਪਮੈਂਟ ਰਿਪੋਰਟ ਆਉਂਦੀ ਹੈ ਵਰਲਡ ਬੈਂਕ ਦੀ। ਵਰਲਡ ਡਿਵੈਲਪਮੈਂਟ ਰਿਪੋਰਟ 'ਚ ਕਿਹਾ ਗਿਆ 2008 ਦੀ ਰਿਪੋਰਟ 'ਚ ਕਿ ਤੁਹਾਨੂੰ ਜਿਹੜਾ ਕੰਮ ਦਿੱਤਾ ਗਿਆ ਸੀ ਤੁਸੀਂ ਉਹ ਕੀਤਾ ਨਹੀਂ, ਇਨ ਦਿਸ ਕਾਈਂਡ ਆਫ ਅ ਲੈਂਗੁਏਜ। ਔਰ ਇਹ ਕਿਹਾ ਗਿਆ ਕਿ ਹੁਣ ਜਲਦੀ ਕਰੋ, ਪ੍ਰੋਸੈਸ ਨੂੰ ਹੇਸਨ ਕਰੋ। ਹੇਸਨ ਕਿਸ ਤਰ੍ਹਾਂ ਕਰੋ ਕਿ ਤੁਸੀਂ ਲੈਂਡ ਰੈਂਟਲਸ ਵਾਸਤੇ ਜਾਓ, ਲੈਂਡ ਐਕੁਜੀਸ਼ਨਸ ਕਰੋ, ਹਾਂਜੀ। ਔਰ ਲੈਂਡ ਇਜ਼ ਅ ਪ੍ਰੋਡਕਟਿਵ ਐਸੈਟ, ਉਹ ਉਹਨਾਂ ਦੇ ਹੱਥ ਵਿੱਚ ਹੈਗੇ ਜਿਹੜੇ ਕਿ ਇਨਐਫੀਸ਼ੀਐਂਟ ਹੈਗੇ, ਯਾਨੀ ਕਿਸਾਨ। ਤੁਸੀਂ ਉਹਨਾਂ ਨੂੰ ਕੱਢ ਕੇ ਸ਼ਹਿਰ 'ਚ ਲੈ ਕੇ ਆਓ ਔਰ ਸ਼ਹਿਰ ਵਿੱਚ ਉਹਨਾਂ ਨੂੰ ਇੰਡਸਟਰੀਅਲ ਲੇਬਰ ਵਰਕਫੋਰਸ ਵਿੱਚ ਐਬਜ਼ੌਰਬ ਕਰੋ। ਫਿਰ ਇਹ ਵੀ ਲਿਖਿਆ ਕਿ ਕਿਉਂਕਿ ਇਹ ਯੰਗ ਲੋਕ ਜਿਹੜੇ ਹੈਗੇ ਖੇਤੀ 'ਚ, ਉਹਨਾਂ ਨੂੰ ਹੋਰ ਕੁਛ ਨਹੀਂ ਆਉਂਦਾ ਖੇਤੀ ਤੋਂ ਇਲਾਵਾ, ਤੁਸੀਂ ਉਹਨਾਂ ਵਾਸਤੇ ਤੁਸੀਂ ਟ੍ਰੇਨਿੰਗ ਇੰਸਟੀਚਿਊਟ ਖੋਲ੍ਹੋ
ਖੋਲ੍ਹੋ ਹਿੰਦੁਸਤਾਨ 'ਚ ਜਿੱਥੇ ਤੁਸੀਂ ਉਹਨਾਂ ਨੂੰ ਟ੍ਰੇਨ ਕਰ ਸਕੋ ਤਾਂ ਕਿ ਐਬਜ਼ੌਰਬ ਹੋ ਜਾਣ ਇੰਡਸਟਰੀ ਵਿੱਚ। ਔਰ ਉਹ ਇੰਟਰਸਟਿੰਗਲੀ ਇਹ 2008 ਦੀ ਰਿਪੋਰਟ 'ਚ ਹੈ। 2009 ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ 1000 ITIs ਦਾ ਪ੍ਰਾਵਧਾਨ ਕੀਤਾ ਗਿਆ ਸੀਗਾ। ਕਹਿਣ ਦਾ ਮਤਲਬ ਹੈ ਕਿ ਉਹ ਜਿਹੜੀ ਸੋਚ ਹੈ ਉਹ ਸਿਰਫ ਗਵਰਨਮੈਂਟ ਵਾਸਤੇ ਨਹੀਂ ਸੀਗੀ, ਉਹ ਸਾਡੇ ਇਕਨੋਮਿਕ ਜਿਹੜੀ ਆਈਡੀਓਲੋਜੀ ਕੰਟਰੀ ਦੀ ਹੈਗੀ ਹੈ ਜਾਂ ਇਕਨੋਮਿਕ ਥਿੰਕਿੰਗ ਹੈ ਉਹਦੇ ਵਿੱਚ ਸਮਾਈ ਹੋਈ ਹੈ। ਸਭ ਮੰਨ ਕੇ ਚੱਲਦੇ ਕਿ ਹੋਰ ਕੋਈ ਰਸਤਾ ਨਹੀਂ ਹੈ, ਕਿਉਂਕਿ ਵੈਸਟ ਨੇ ਕਹਿਤਾ। ਦੇਖੋ ਬੜਾ ਇੰਟਰਸਟਿੰਗ ਹੈ, ਅਮਰੀਕਾ ਨੇ ਕਹਿਤਾ, ਯੂਰਪ ਨੇ ਕਹਿਤਾ, ਜਾਂ ਤੁਸੀਂ ਵੈਸਟਰਨ ਕੰਟਰੀ ਵਿੱਚ ਜਾਓ। ਮੈਂ ਜਿੱਥੇ ਵੀ ਟਾਕਸ ਦੇਣ ਗਿਆ ਹੈਗਾ ਵੈਸਟਰਨ ਕੰਟਰੀਜ਼ ਵਿੱਚ, ਮੇਰੇ ਨਾਲ ਇਹ ਬੜੀ ਆਰਗੂਮੈਂਟ ਹੁੰਦੀ ਹੈ ਉਹਨਾਂ ਦੀ ਬੈਠ ਕੇ ਕਿ ਬਈ ਹੋਰ ਕੋਈ ਤਰੀਕਾ ਹੀ ਨਹੀਂ ਹੈ। ਇਕਨੋਮਿਕ ਗਰੋਥ ਤਾਂ ਹੋ ਸਕਦਾ ਹੈ, ਇਕਨੋਮਿਕ ਗਰੋਥ ਦਾ ਡਿਜ਼ਾਈਨ ਵੀ ਸਮਝਣ ਦੀ ਗੱਲ ਹੈ। ਇਕਨੋਮਿਕ ਗਰੋਥ ਤਾਂ ਹੀ ਹੋ ਸਕਦਾ ਜੇ ਅਸੀਂ ਐਗਰੀਕਲਚਰ ਤੋਂ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਵਾਂਗੇ। ਇਹ ਇਕਨੋਮਿਕ ਗਰੋਥ ਦਾ ਮਾਡਲ ਹੈਗਾ, ਡਿਜ਼ਾਈਨ ਹੈਗੇ। ਬਲਕਿ ਇਕਨੋਮਿਕ ਗਰੋਥ ਦੇ ਦੋ ਚੀਜ਼ਾਂ ਇੰਪੋਰਟੈਂਟ ਹੈਗੀਆਂ ਜਿਹੜੀ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਇੱਕ ਤਾਂ ਹੈਗਾ ਕਿ ਵੀ ਤੁਸੀਂ ਲੋਕਾਂ ਨੂੰ ਕੱਢ ਕੇ ਐਗਰੀਕਲਚਰ ਤੋਂ ਲੋਕਾਂ ਨੂੰ ਕੱਢ ਕੇ ਤੁਸੀਂ ਸ਼ਹਿਰ ਵਿੱਚ ਲੈ ਕੇ ਆਓਗੇ। ਦੂਸਰੀ ਗੱਲ ਇਹ ਹੈਗਾ ਕਿ ਯੂ ਹੈਵ ਟੂ ਕੀਪ ਦੀ ਫੂਡ ਪ੍ਰਾਈਸਿਸ ਲੋ। ਤੁਸੀਂ ਫੂਡ ਪ੍ਰਾਈਸਿਸ ਲੋ ਇਸ ਕਰਕੇ ਰੱਖਣੇ ਹੈਗੇ ਆ ਕਿਉਂਕਿ ਇਕਨੋਮਿਕ ਰਿਫਾਰਮਸ ਵਾਇਬਲ ਤਦ ਹੀ ਹੋਣਗੇ। ਕਿਉਂਕਿ ਜਦ ਅਗਰ ਵੇਜਿਸ ਅਗਰ ਸਪੋਜ਼ ਕਰੋ ਫੂਡ ਪ੍ਰਾਈਸਿਸ बढ़ ਜਾਂਦੇ ਹੈਗੇ ਤਾਂ ਵੇਜਿਸ ਵੀ बढ़ਣਗੇ। ਵੇਜਿਸ बढ़ਣਗੇ ਤਾਂ ਜਿਹੜਾ ਇਕਨੋਮਿਕ ਮਾਡਲ ਹੈਗਾ ਉਹ ਕੋਲੈਪਸ ਕਰਦਾ ਹੈਗਾ। ਦੂਸਰੀ ਗੱਲ ਹੈਗੀ ਕਿ ਇੱਕ ਸਸਤੀ ਲੇਬਰ ਚਾਹੀਦੀ ਹੈਗੀ ਹੈ। ਹੁਣ ਦੇਖੋ ਨਾ, ਰਘੂਰਾਮ ਰਾਜਨ ਸਾਹਿਬ ਗਵਰਨਰ ਸੀਗੇ ਰਿਜ਼ਰਵ ਬੈਂਕ ਆਫ ਇੰਡੀਆ ਦੇ। ਹੀ ਇਜ਼ ਕੰਸੀਡਰਡ ਟੂ ਬੀ ਅ ਪੋਸਟਰ ਬॉय ਫॉर ਇਕਨੋਮਿਕਸ। ਉਹਨਾਂ ਦਾ ਇੱਕ ਇੰਟਰਵਿਊ ਮੈਂ ਸੁਣਿਆ, ਉਹ ਕਹਿੰਦੇ ਹੈ ਕਿ ਇੰਡੀਆ ਵਿੱਚ ਬੈਸਟ ਰਿਫਾਰਮ ਜਾਂ ਬਿਗੇਸਟ ਰਿਫਾਰਮ ਤਦ ਹੋਏਗਾ ਜਦ ਅਸੀਂ ਪਿੰਡਾਂ ਤੋਂ ਕਿ ਖੇਤੀ ਵਿੱਚੋਂ, ਉਹਨਾਂ ਨੇ ਸਪੈਸ਼ਲੀ ਖੇਤੀ ਦਾ ਨਾਂ ਲਿਆ, ਖੇਤੀ 'ਚੋਂ ਕਿਸਾਨਾਂ ਨੂੰ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਵਾਂਗੇ ਕਿਉਂਕਿ ਸ਼ਹਿਰ ਵਿੱਚ ਚੀਪ ਲੇਬਰ ਦੀ ਜ਼ਰੂਰਤ ਹੈ। ਮੈਂ ਉਸ ਟਾਈਮ ਇਹ ਵੀ ਕਿਹਾ ਸੀਗਾ ਕਿ ਅਗਰ ਸ਼ਹਿਰ ਵਿੱਚ ਕਿਸਾਨਾਂ ਨੂੰ ਤੁਸੀਂ ਸਿਰਫ ਦਿਹਾੜੀ ਮਜ਼ਦੂਰੀ ਬਣਾਉਣਾ ਹੈਗਾ ਤਾਂ ਕਿਹੜੀ ਇਕਨੋਮਿਕਸ ਹੋਈ। ਅਗਰ ਤੁਸੀਂ ਕਿਸਾਨਾਂ ਨੂੰ ਕੱਢ ਕੇ, ਚਾਹੇ ਉਹਨਾਂ ਦੀ 1 ਏਕੜ ਜ਼ਮੀਨ ਹੈ, ਤੁਸੀਂ ਸ਼ਹਿਰ ਵਿੱਚ ਲਿਆ ਕੇ ਉਹਨਾਂ ਨੂੰ ਸੜਕਾਂ 'ਤੇ ਸੁਲਾਓ ਜਾਂ ਪੁਲਾਂ ਦੇ ਥੱਲੇ ਸੁਲਾਓਗੇ, ਫਲਾਈਓਵਰ ਦੇ ਥੱਲੇ ਸੁਲਾਓਗੇ, ਔਰ ਇਹ ਕਹਿ ਕੇ ਕਿ ਦਿਹਾੜੀ ਮਜ਼ਦੂਰ ਅਗਰ ਇੰਪਲੋਇਮੈਂਟ ਜਨਰੇਸ਼ਨ ਹੈ, ਤਾਂ ਮੈਨੂੰ ਲੱਗਦਾ ਕਿ ਸਾਰੇ ਇਕਨੋਮਿਕ ਡਿਜ਼ਾਈਨ ਨੂੰ ਸਾਨੂੰ ਰੀਥਿੰਕ ਕਰਨ ਦੀ ਜ਼ਰੂਰਤ ਹੈਗੀ ਹੈ। ਸੋ ਇਹ ਅਗਰ ਅਸੀਂ ਸਮਝ ਜਾਈਏ ਕਿ ਇਕਨੋਮਿਕ ਡਿਜ਼ਾਈਨ ਹੀ ਇਸ ਤਰ੍ਹਾਂ ਕਾਸਟ ਕੀਤਾ ਗਿਆ ਹੈਗਾ ਕਿ ਸਾਨੂੰ ਜੋ ਲੱਗਦਾ ਹੈਗਾ ਕਿ ਇਨਐਵਿਟੇਬਲ ਨਹੀਂ, ਇਹ ਜਾਣਬੁੱਝ ਕਰ ਕੀਤਾ ਜਾ ਰਿਹਾ ਬਿਕੋਜ਼ ਯੂ ਵਾਂਟ ਟੂ ਕੀਪ ਦੈਟ ਸੈਗਮੈਂਟ 1% ਆਫ ਦੀ ਪਾਪੂਲੇਸ਼ਨ ਵੈਰੀ ਕੰਫਰਟੇਬਲ ਔਰ ਇਨ ਅ ਪੋਜੀਸ਼ਨ ਕਿ ਜਿੱਥੇ ਯੂ ਕੈਨ ਸਕ ਦੀ ਇਨਕਮ ਫਰੋਮ ਦੀ ਬਾਟਮ ਟੂ ਦੀ ਟੌਪ। ਇਹ ਜਿਹੜਾ ਡਿਜ਼ਾਈਨ ਚੱਲ ਰਿਹਾ ਹੈਗਾ, ਮੈਨੂੰ ਲੱਗਦਾ ਕਿ ਉਹਨੂੰ ਹੁਣ ਚੈਲੰਜ ਕਰਨ ਦਾ ਜਾਂ ਉਹਨੂੰ ਦੂਸਰੇ ਤਰੀਕੇ ਦੇਖਣ ਦਾ ਇੱਕ ਰਸਤਾ ਜਾਂ ਇੱਕ ਟਾਈਮ ਆ ਗਿਆ ਹੈਗਾ। ਤੇ ਜਿਹੜਾ ਸਾਡੇ ਪਾਲਿਸੀਜ਼ ਆ ਰਹੀਆਂ ਨੇ, ਸਾਡੀ ਗਵਰਨਮੈਂਟ ਆਫ ਇੰਡੀਆ ਲਾਗੂ ਕਰ ਰਹੀ ਹੈ ਜਾਂ ਈਵਨ ਸਟੇਟ ਗਵਰਨਮੈਂਟਸ ਵੀ ਕਰ ਰਹੀਆਂ ਨੇ, ਇਹ ਵੀ ਕਿਹਾ ਜਾ ਰਿਹਾ ਕਿ ਇਹਦੇ 'ਤੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਬਹੁਤ ਹੈ। WTO ਦੇ ਐਗਰੀਮੈਂਟਸ ਨੇ, ਟ੍ਰੇਡ ਫੈਸਿਲਿਟੇਸ਼ਨ ਐਗਰੀਮੈਂਟ ਦਾ ਸਵਾਲ ਹੈ, RCEP ਹੁਣੇ ਹੋਇਆ, ਜੇ ਸਾਡਾ ਕੰਟਰੀ ਨਹੀਂ ਉਹਦੇ 'ਚ ਇਨਵੋਲਵ ਹੋਇਆ। ਇਹਨਾਂ ਦਾ ਕਿੰਨਾ ਕੁ ਪ੍ਰੈਸ਼ਰ ਹੈ ਜਾਂ ਇਹਨਾਂ ਪ੍ਰੈਸ਼ਰ ਨੂੰ ਝੱਲਣ ਦੀ ਕਪੈਸਿਟੀ 'ਚ ਗਵਰਨਮੈਂਟਾਂ ਹੈ ਨੇ ਜਾਂ ਨਹੀਂ? ਇੱਕ ਕਿਤਾਬ ਬਹੁਤ ਪੋਪੂਲਰ ਹੈਗੀ ਹੈ, ਦੀ ਸਟੂਪਿਡ ਵਾਈਟ ਮੈਨ। ਤੁਹਾਨੂੰ ਕਦੇ ਮੌਕਾ ਮਿਲਿਆ ਜ਼ਰੂਰ ਉਹਨੂੰ ਪੜ੍ਹਨਾ। ਉਹਦੇ ਵਿੱਚ ਆਥਰ ਕਹਿੰਦਾ ਹੈਗਾ ਕਿ ਐਕਚੁਅਲੀ ਇਹ ਜਿਹੜਾ ਡਿਜ਼ਾਈਨ ਹੈਗਾ ਸਮਝਣ ਦੀ ਜ਼ਰੂਰਤ ਹੈ ਕਿ ਵਰਲਡ ਬੈਂਕ ਜਦ ਵੀ ਕੋਈ ਲੋਨ ਦਿੰਦਾ ਹੈਗਾ ਤਾਂ ਨਾਲ 100-150 ਕੰਡੀਸ਼ਨੈਲਿਟੀਜ਼ ਹੁੰਦੀਆਂ। ਉਹ ਕੰਡੀਸ਼ਨੈਲਿਟੀ ਸਾਨੂੰ ਫੋਲੋ ਕਰਨੀ ਹੈਗੀਆਂ। ਔਰ ਤੁਸੀਂ ਅਗਰ ਦੇਖੋ ਵਰਲਡ ਬੈਂਕ ਦੀ ਉਹਦੇ ਕੰਡੀਸ਼ਨੈਲਿਟੀਜ਼ ਵਿੱਚ ਜਦ ਵੀ ਕੋਈ ਲੋਨ ਦਿੰਦੇ ਆ ਉਹਦੇ ਵਿੱਚ ਐਮਫਸਾਈਜ਼ ਕਰਦੇ ਕਿ ਅਸੀਂ ਤੁਹਾਨੂੰ ਇਹ ਕਿਹਾ ਸੀਗਾ, ਇਹ ਕਿਹਾ ਸੀਗਾ, ਇਹ ਕਿਹਾ ਸੀਗਾ, ਤੁਸੀਂ ਇਹ ਨਹੀਂ ਕੀਤਾ, ਇਹ ਨਹੀਂ ਕੀਤਾ, ਇਹ ਨਹੀਂ ਕੀਤਾ। ਇਟਸ ਲਿੰਕ ਟੂ ਟਾਈਡ ਟੂ ਦੈਟ ਲੋਨ। ਇਹ ਜਿਹੜੀ ਸਿਸਟਮ ਹੈਗਾ, ਦੇਖੋ ਕਿਸ ਤਰ੍ਹਾਂ ਪੁਸ਼ ਕੀਤਾ ਜਾਂਦਾ ਇੱਕ ਏਜੰਡਾ। ਉਹ ਏਜੰਡਾ ਜਿਹੜਾ ਹੈਗਾ ਸਭ ਉਹਦੇ ਸਾਹਮਣੇ ਮਤਲਬ ਇੱਕ ਤਰ੍ਹਾਂ ਦੇ ਹਥਿਆਰ ਉਹਨਾਂ ਦੇ ਸੁੱਟੇ ਜਾਂਦੇ ਆ ਕਿਉਂਕਿ ਕੁਝ ਕਰ ਨਹੀਂ ਸਕਦੇ ਹੈ ਬਿਕੋਜ਼ ਆਫਟਰ ਆਲ ਯੂ ਨੀਡ ਮਨੀ ਜਾਂ ਇਨਵੈਸਟਮੈਂਟ, ਪੈਸਾ ਚਾਹੀਦਾ ਹੈਗਾ। ਇਹ ਜਿਹੜਾ ਸਿਸਟਮ ਪਰਕੂਲੇਟ ਕਰ ਗਿਆ ਹੈਗਾ, ਮੈਨੂੰ ਲੱਗਦਾ ਕਿ ਉਹਨੂੰ ਸਾਨੂੰ ਜਾਣਨਾ ਸਮਝਣਾ ਬਹੁਤ ਜ਼ਰੂਰੀ ਹੈ। ਜੋ ਤੁਸੀਂ ਕਹਿ ਰਹੇ ਹੋ ਕਿ ਇੰਟਰਨੈਸ਼ਨਲ ਜਿਹੜੀ ਪਾਲਿਸੀਜ਼ ਹੈਗੀਆਂ ਉਹ ਸੋਚ ਉੱਥੋਂ ਹੀ ਆਉਂਦੀ ਹੈ। ਦੇਖੋ ਨਾ, ਹੁਣ ਜਿਸ ਆਪਾਂ ਕਹਿ ਰਹੇ ਸੀਗੇ ਕਿ ਬਈ ਅਗਰ ਵਰਲਡ ਬੈਂਕ ਔਰ ਇਹ ਸਾਰੀ ਬੋਡੀਜ਼ ਇਹ ਕਹਿ ਰਹੀ ਹੈਗੀ ਕਿ ਵੀ ਤੁਸੀਂ ਲੋਕਾਂ ਨੂੰ, ਕਿਸਾਨਾਂ ਨੂੰ ਜਾਂ ਪਿੰਡਾਂ 'ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰ 'ਚ ਲੈ ਕੇ ਆਉਣਾ ਹੈਗਾ, ਤਾਂ ਇਹ ਤਾਂ ਵਨ ਆਫ ਦੀ ਕੰਡੀਸ਼ਨੈਲਿਟੀਜ਼ ਹੋਗੀ ਨਾ। ਫਿਰ ਹਰ ਵਾਰ ਤੁਹਾਨੂੰ ਲੋਨ ਮਿਲੇਗਾ, ਕਿਹਾ ਜਾਏਗਾ ਤੁਸੀਂ ਕਿੰਨਾ ਕੀਤਾ। ਇਹ ਸਾਰੀ ਗੱਲਾਂ ਜਿਹੜੀਆਂ ਹੁਣ ਤੇ ਰਿਪੀਟ ਕਰਦੇ ਹੈਗੇ ਆ, ਤਾਂ ਉਹਦੇ ਨਾਲ ਕੀ ਹੈ ਕਿ ਬਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪ੍ਰੈਸ਼ਰ ਵੱਧਦਾ ਜਾਂਦਾ ਹੈਗਾ। ਦੂਜਾ ਤੁਸੀਂ ਦੇਖੋ ਕਿ ਜਿਹੜੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਹੈਗਾ ਜਾਂ ਯੂਨੀਵਰਸਿਟੀਜ਼ ਵੀ ਹੈਗੀਆਂ, ਈਵਨ ਵਨ ਆਫ ਜਿੰਨੀਆਂ ਫੇਮਸ ਯੂਨੀਵਰਸਿਟੀਜ਼ ਵੀ ਹੈਗੀਆਂ, ਉਹਦੇ ਵਿੱਚ ਸਾਰੇ ਵਿੱਚ ਇੱਕੋ ਹੀ ਸੋਚ ਹੈਗੀ ਹੈ ਕਿ ਤੁਸੀਂ ਐਗਰੀਕਲਚਰ 'ਚ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਉਣਾ ਹੈਗਾ। ਨੋ, ਵਾਟ ਹੈਜ਼ ਹੈਪਨਡ ਇਨ ਅਮਰੀਕਾ ਜਾਂ ਵਾਟ ਹੈਜ਼ ਹੈਪਨਡ ਇਨ ਯੂਰਪ ਕੈਨ ਨਾਟ ਬੀ ਰੈਪਲੀਕੇਟਡ ਇਨ ਇੰਡੀਆ ਸਰ। ਇਹ ਸਾਨੂੰ ਸਮਝਣਾ ਚਾਹੀਦਾ ਹੈਗਾ। ਹੁਣ ਦੇਖੋ ਯੂਰਪ ਵਿੱਚ ਡਿਸਪਾਈਟ ਮੈਸਿਵ ਸਬਸਿਡੀਜ਼, ਮੈਨੂੰ ਯਾਦ ਹੈ ਸਰ ਕੁਛ ਦਸ਼ਕ ਪਹਿਲੇ ਮੈਂ UK ਫੂਡ ਗਰੁੱਪ ਲੰਡਨ ਦੀ ਇੱਕ ਕਾਨਫਰੰਸ ਵੀ ਸੀਗਾ, ਉੱਥੇ ਇੱਕ ਡਾਟਾ ਪੇਸ਼ ਕੀਤਾ ਗਿਆ ਸੀਗਾ ਕਿ ਇੰਨੇ ਸਬਸਿਡੀਜ਼ ਦਿੱਤੀ ਜਾ ਰਹੀਆਂ ਯੂਰਪ ਵਿੱਚ। ਅੱਜ ਵੀ $100 ਬਿਲੀਅਨ ਦੀ ਸਬਸਿਡੀ ਹੈ ਯੂਰਪ ਵਿੱਚ ਐਗਰੀਕਲਚਰ ਵਾਸਤੇ। ਉਹਦੇ ਬਾਵਜੂਦ ਵੀ ਹਰ 1 ਮਿੰਟ 'ਚ ਇੱਕ ਕਿਸਾਨ ਖੇਤੀ ਛੱਡ ਕੇ ਬਾਹਰ ਜਾ ਰਿਹਾ। ਅਮਰੀਕਾ ਵਿੱਚ ਤੁਸੀਂ ਦੇਖੋ, ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ। ਅਮਰੀਕਾ ਵਿੱਚ ਜਦ ਰੋਨਲਡ ਰੀਗਨ ਦੇ ਟਾਈਮ ਤੋਂ ਪਹਿਲੇ, ਰੋਨਲਡ ਰੀਗਨ 80s ਵਿੱਚ ਸੀਗੇ, ਰੋਨਲਡ ਰੀਗਨ ਤੋਂ ਟਾਈਮ ਤੋਂ ਪਹਿਲੇ ਅਮਰੀਕਾ ਵਿੱਚ ਸ਼ੁਰੂ ਹੋ ਗਿਆ ਸੀਗਾ ਓਪਨ ਮਾਰਕੀਟ ਸਿਸਟਮ ਇਨ ਐਗਰੀਕਲਚਰ।
ਰੋਨਲਡ ਰੀਗਨ ਦੇ ਜਿਹੜੇ ਐਗਰੀਕਲਚਰ ਸੈਕਟਰੀ ਸਾਹਿਬ ਸੀਗੇ, ਹੀ ਮੇਡ ਅ ਵੈਰੀ ਫੇਮਸ ਸਟੇਟਮੈਂਟ, ਇਨਫੇਮਸ ਮੈਂ ਕਹਾਂਗਾ, ਉਹਨੇ ਕਿਹਾ ਸੀਗਾ ਗੈਟ ਬਿਗ ਔਰ ਗੈਟ ਆਊਟ। ਗੈਟ ਬਿਗ ਔਰ ਗੈਟ ਆਊਟ ਉਹਨੇ ਉਸ ਟਾਈਮ ਕੀ ਕਿਹਾ ਸੀ ਅਮਰੀਕਾ ਨੂੰ। ਡੋਨਲਡ ਟਰੰਪ ਦੇ ਜਿਹੜੇ ਐਗਰੀਕਲਚਰ ਸੈਕਟਰੀ ਹੈਗੇ, ਉਹਨਾਂ ਨੇ ਰਿਕਾਰਡ ਤੇ ਹੈਗਾ, ਹੁਣ ਰੀਸੈਂਟਲੀ ਉਹਨਾਂ ਨੇ ਕਿਹਾ ਹੈ, ਇਨ ਅਮਰੀਕਾ ਦੀ ਬਿਗ ਗੈਟ ਬਿਗਰ, ਦੀ ਸਮਾਲ ਗੋ ਆਊਟ। ਇਹ ਜਿਹੜਾ ਡਿਜ਼ਾਈਨ ਹੈਗਾ ਜੋ ਅੱਜ ਅਸੀਂ ਇੰਡੀਆ 'ਚ ਫੋਲੋ ਕੀਤਾ, ਬੇਸਿਕਲੀ ਉਹ ਅਸੀਂ ਕੱਟ ਐਂਡ ਪੇਸਟ ਕੀਤਾ ਅਮਰੀਕਾ ਔਰ ਯੂਰਪ ਤੋਂ। ਅਗਰ ਅਮਰੀਕਾ ਵਿੱਚੋਂ ਕਿਸਾਨ ਖੇਤੀ 'ਚੋਂ ਨਿਕਲ ਗਏ ਹੈਗੇ ਜਾਂ ਨਿਕਾਲੇ ਜਾ ਰਹੇ ਹੈਗੇ ਇਸ ਤਰੀਕੇ ਨਾਲ, ਤਾਂ ਹਿੰਦੁਸਤਾਨ ਵਿੱਚ ਵੀ ਤੁਸੀਂ ਮੰਨ ਕੇ ਚਲੋ ਇਹ ਸਿਸਟਮ ਜਿਹੜਾ ਹੈ ਰੈਪਲੀਕੇਟ ਹੋਏਗਾ। ਕਿਆ ਇਹ ਸਿਸਟਮ ਸਾਡੇ ਦੇਸ਼ ਵਾਸਤੇ ਐਪਲੀਕੇਬਲ ਹੈ ਜਾਂ ਸਾਨੂੰ ਕਰਨਾ ਚਾਹੀਦਾ, ਜਾਂ ਸਾਨੂੰ ਕੋਈ ਰੀਥਿੰਕਿੰਗ ਕਰਨ ਦੀ ਜ਼ਰੂਰਤ ਹੈਗੀ? ਜਿਸ ਤਰ੍ਹਾਂ ਤੁਸੀਂ ਵੀ ਕਹਿੰਦੇ ਹੋ ਕਿ ਆਊਟ ਆਫ ਬਾਕਸ ਸਾਨੂੰ ਸੋਚਣਾ ਚਾਹੀਦਾ, ਟੂ ਦੋਜ਼ ਪਾਲਿਸੀਜ਼ ਵਿਚ ਗੋ ਫॉर ਆਵਰ ਬੈਟਰਮੈਂਟ ਰਾਦਰ ਦੈਨ ਫੋਲੋਇੰਗ ਵਾਟ ਅਮਰੀਕਾ ਔਰ ਯੂਰਪ ਹੈਜ਼ ਡਨ। ਜਿੱਡਾ ਵੱਡਾ ਪ੍ਰੈਸ਼ਰ ਹੈ, ਇੰਟਰਨੈਸ਼ਨਲ ਪ੍ਰੈਸ਼ਰ ਹੈ, ਵਰਲਡ ਬੈਂਕ ਸਾਰਾ ਕੁਛ ਹੈ, ਇਸ ਪ੍ਰੈਸ਼ਰ ਦੇ ਖਿਲਾਫ ਦੁਨੀਆ 'ਚ ਜਾਂ ਸਾਡੇ ਦੇਸ਼ ਦੇ ਵਿੱਚ ਕੋਈ ਅਲਟਰਨੇਟਿਵ ਮਾਡਲ ਦੇ ਰੂਪ ਦੇ ਵਿੱਚ, ਅਲਟਰਨੇਟਿਵ ਤੌਰ ਤਰੀਕਿਆਂ ਦੇ ਰੂਪ 'ਚ ਕਿਤੇ ਸੋਚਿਆ ਜਾ ਰਿਹਾ ਥੋੜ੍ਹਾ ਬਹੁਤ, ਕਿਤੇ ਪ੍ਰੈਕਟਿਸ ਹੋ ਰਹੀ ਹੈ, ਜਾਂ ਕਿਵੇਂ ਪ੍ਰੈਕਟਿਸ ਉਹਨੂੰ ਕਾਊਂਟਰ ਕਰਨ ਦੇ ਲਈ ਕੀ ਸੰਭਵ ਹੋ ਸਕਦਾ ਹੈ? ਦੇਖੋ, ਇੱਕ ਤਾਂ ਬਹੁਤ ਮਹੱਤਵਪੂਰਨ ਗੱਲ ਇਹ ਵੀ ਹੈਗੀ ਹੈ ਹਮੀਰ ਜੀ, ਕਿ ਸਾਡਾ ਦੇਸ਼ 'ਚ ਜੋ ਮੈਂ ਇਕਨੋਮਿਕ ਸੋਚ ਦੇਖਤਾ ਹੈ ਜਾਂ ਪ੍ਰੀਡੋਮੀਨੈਂਟ ਜਿਹੜੀ ਥਿੰਕਿੰਗ ਹੈਗੀ ਹੈ, ਉਹ ਬੇਸਿਕਲੀ ਅਮਰੀਕਾ, ਯੂਰਪ ਜਾਂ ਵੈਸਟਰਨ ਵਰਲਡ 'ਚ ਜੋ ਹੋ ਰਿਹਾ ਉਹ ਤੋਂ 10 ਸਾਲ ਅਸੀਂ ਹਾਲੇ ਪਿੱਛੇ ਹੈਗੇ ਹਾਂ। ਮੈਂ 10 ਸਾਲ ਪਿੱਛੇ ਇਸ ਕਰਾਂਗਾ, ਤੁਸੀਂ ਦੇਖੋ ਨਾ ਸਾਡੇ ਜਿਸ ਤਰ੍ਹਾਂ ਐਗਰੈਸਿਵਲੀ ਰੋਜ਼ਾਨਾ ਅਖਬਾਰਾਂ 'ਚ ਲਿਖਿਆ ਜਾਂਦਾ ਹੈ ਕਿ ਹੋਰ ਰਿਫਾਰਮ ਕਰੋ, ਹੋਰ ਰਿਫਾਰਮ ਕਰੋ, ਪ੍ਰਾਈਮ ਮਿਨਿਸਟਰ ਮੋਦੀ ਨੇ ਰਿਫਾਰਮ ਨਹੀਂ ਕੀਤੇ, ਹਾਲੇ ਹੋਰ ਕਰਨ ਦੀ ਜ਼ਰੂਰਤ ਹੈਗੀ ਹੈ, ਜੋ ਇੱਕ ਲੇਬਰ ਰਿਫਾਰਮ ਹੋਣ, ਐਗਰੀਕਲਚਰ ਦੇ ਹੋਣ, ਜਿਸ ਤਰ੍ਹਾਂ ਵੀ ਹੈ ਆਪਾਂ ਹਰ ਰੋਜ਼ ਦੇਖਦੇ ਹੀ ਹੈਗੇ ਹਾਂ। ਲੇਕਿਨ ਸਰ ਤੁਸੀਂ ਦੇਖੋ, ਨੋਬਲ ਲੌਰੀਏਟ ਜੋਸਫ ਸਟਿਕਲਿਜ ਦੁਨੀਆ ਦੇ ਮੰਨੇ ਹੋਏ ਨੋਬਲ ਲੌਰੀਏਟ ਹੈਗੇ, ਵਰਲਡ ਬੈਂਕ 'ਚ ਵੀ ਸੀਗੇ, ਉਹ ਕਹਿ ਰਹੇ ਹੈਗੇ ਕਿ ਨਿਊ ਲਿਬਰਲਿਜ਼ਮ ਇਜ਼ ਡੈਡ ਐਂਡ ਬਰੀਡ। ਉਹਨਾਂ ਦੇ ਆਰਟੀਕਲ ਛਪ ਰਹੇ। ਹੋਰ ਦੁਨੀਆ ਦੇ 5-6-7 ਇਕੋਨਮਿਸਟ ਬੜੇ ਬੜੇ ਦੇ ਨਾਮ ਲੈ ਲਵਾਂਗੇ, ਉਹ ਵੀ ਰੀਥਿੰਕਿੰਗ ਕਰ ਰਹੇ ਹੈ ਕਿ ਵੀ ਜੇ ਇਕਨੋਮਿਕ ਮਾਡਲ ਜਿਹੜਾ ਸੀਗਾ ਇਟ ਹੈਜ਼ ਨਾਟ ਵਰਕਡ, ਸੋ ਵੀ ਨੀਡ ਟੂ ਰੀਥਿੰਕ। ਅੱਜ ਇੱਕ ਡੋਨਟ ਇਕਨੋਮਿਕਸ ਹੈ, ਉਹ ਅੱਜ ਦੁਨੀਆ 'ਚ ਪਪੂਲਰ ਹੋ ਰਹੀ ਹੈ। ਡੀ ਗਰੋਥ ਜਿਹੜੀ ਹੈਗੀ ਹੈ ਦੁਨੀਆ 'ਚ ਪਪੂਲਰ ਹੋ ਰਹੀ ਹੈ। ਬਲਕਿ ਇੱਕ ਸਪੇਨ ਵਿੱਚ ਯੂਨੀਵਰਸਿਟੀ ਹੈਗੀ ਹੈ, ਉਹ ਉਹਨਾਂ ਨੇ ਇੱਕ ਸੈਂਟਰ ਬਣਾਤਾ ਹੈਗਾ ਡੀ ਗਰੋਥ ਵਾਸਤੇ। ਕਦੀ ਇਹ ਗੱਲਾਂ ਤੁਸੀਂ ਹਿੰਦੁਸਤਾਨ ਸੁਣ ਸਕਦੇ ਹੋ? ਕਿਉਂ ਅਸੀਂ 10 ਸਾਲ ਪਿੱਛੇ ਚੱਲ ਰਹੇ ਹੈਗੇ ਆ ਵੈਸਟਰਨ ਵਰਲਡ ਤੋਂ? ਕਿਉਂ ਨਹੀਂ ਸਾਡੇ ਇਹ ਦੇਸ਼ ਵਿੱਚ ਇਹ ਸੋਚ ਆ ਰਹੀ ਹੈ ਕਿ ਵੀ ਨੀਡ ਟੂ ਰੀਥਿੰਕ? ਆਫਟਰ ਆਲ ਜੋ ਲੋਕਡਾਊਨ ਵਿੱਚ ਅਸੀਂ ਦੇਖਿਆ ਹੈਗਾ ਕਿ 8 ਕਰੋੜ ਲੋਕੀ ਇੰਟਰਸਟੇਟ ਜਾਂ ਇੰਟਰਾ ਸਟੇਟ ਮਾਈਗ੍ਰੇਸ਼ਨ ਹੋਈ ਹੈ, ਜਿਹੜੇ ਅਸੀਂ ਪੈਦਲ ਚੱਲ ਕੇ ਗਏ ਹੈਗੇ, ਵਿਦ ਆਲ ਦੈਟ ਪੇਨ ਦੇ ਸਫਰਡ, ਹੈ ਨਾ, ਅਸੀਂ ਦੇਖਿਆ ਹੈਗਾ। ਡਜ਼ ਇਟ ਨਾਟ ਸ਼ੋ ਕਿ ਜਿਹੜਾ ਮਾਡਲ ਸੀਗਾ ਜਿਹਨਾਂ ਪਿੰਡਾਂ 'ਚੋਂ ਲੋਕਾਂ ਨੂੰ ਪੁਸ਼ ਕਰਕੇ ਸ਼ਹਿਰਾਂ 'ਚ ਭੇਜਿਆ ਹੈਗਾ, ਔਰ 2 ਦਿਨ ਦੇ ਲੋਕਡਾਊਨ ਵਿੱਚ ਹੀ ਲੋਕਾਂ ਨੇ ਉਹ ਇੱਕ ਦਿਨ ਦਾ ਧਵਸਤ ਹੋ ਗਿਆ ਔਰ ਲੋਕੀ ਵਾਪਸ ਗਏ ਹੈਗੇ। ਡਜ਼ ਇਟ ਨਾਟ ਸ਼ੋ ਕਿ ਵੀ ਸਾਡਾ ਜਿਹੜਾ ਮਾਡਲ ਸੀਗਾ ਜਾਂ ਡਿਜ਼ਾਈਨ ਸੀਗਾ ਉਹ ਵਰਕੇਬਲ ਨਹੀਂ ਸੀਗਾ, ਸਸਟੇਨੇਬਲ ਨਹੀਂ ਸੀਗਾ? ਪਰ ਕਿਤੇ ਰੀਥਿੰਕਿੰਗ ਹੈ? ਤੁਸੀਂ ਦੇਖੋ, ਹਰ ਰੋਜ਼ ਅਖਬਾਰ ਚੁੱਕ ਕੇ ਦੇਖੋ, ਉਹਦੇ ਵਿੱਚ ਇਹੀ ਹੁੰਦਾ ਹੈ ਕਿ ਵਾਪਸ ਲੈ ਕੇ ਆਓ ਉਹਨਾਂ ਨੂੰ, ਵਾਪਸ ਲੈ ਕੇ ਆਓ। ਇਹ ਕੋਸ਼ਿਸ਼ ਹੁੰਦੀ ਹੈ। ਇਹ ਨਹੀਂ ਹੁੰਦੀ ਕਿ ਵੀ ਅਸੀਂ ਉਹਨਾਂ ਨੂੰ ਕਿਸੇ ਐਸੇ ਸਸਟੇਨੇਬਲ ਪੈਟਰਨ ਵਿੱਚ ਲੈ ਕੇ ਜਾਈਏ ਜਿੱਥੇ ਕਿ ਸਬਕਾ ਸਾਥ ਸਬਕਾ ਵਿਕਾਸ ਜੋ ਪ੍ਰਾਈਮ ਮਿਨਿਸਟਰ ਕਹਿੰਦੇ ਹੈਗੇ ਆ, ਔਰ ਉਹ ਓਬਵੀਅਸਲੀ ਉਸ ਇੱਕ ਰਸਤਾ ਹੀ ਹੈ, ਇੱਕੋ ਰਸਤਾ ਹੈਗਾ ਜਿਹਦੇ ਵਿੱਚ ਐਗਰੀਕਲਚਰ ਦੇ ਵਿੱਚ ਹੋ ਕੇ ਜਾਂਦਾ ਹੈਗਾ। ਕਿਉਂਕਿ ਆਫਟਰ ਆਲ ਐਗਰੀਕਲਚਰ ਸਟਿਲ ਇੰਪਲੋਇਜ਼ 50% ਪਾਪੂਲੇਸ਼ਨ। 60 ਕਰੋੜ ਪਾਪੂਲੇਸ਼ਨ ਅਗਰ ਜੁੜੀ ਹੋਈ ਹੈਗੀ ਹੈ, ਹਾਊ ਕੈਨ ਵੀ ਇਗਨੋਰ ਦੈਟ ਸੈਕਟਰ? ਹਾਊ ਕੈਨ ਵੀ ਪੁਸ਼ ਪੀਪਲ ਆਊਟ ਆਫ ਦੈਟ ਸੈਕਟਰ? ਤੁਹਾਨੂੰ ਕੀ ਲੱਗਦਾ ਕਿ ਬਹੁਤ ਲੋਕ ਐਫਰਟ ਕਰ ਰਹੇ ਨੇ ਆਪਣੇ ਆਪਣੇ ਲੈਵਲ 'ਤੇ, ਜਿਹੜੇ ਮਹਿਸੂਸ ਕਰ ਰਹੇ ਨੇ ਕਿ ਐਗਰੀਕਲਚਰ ਦਾ ਜੋ ਇੰਡਸਟਰੀਅਲ ਐਗਰੀਕਲਚਰ ਦਾ ਮਾਡਲ ਹੈ ਉਹ ਨਹੀਂ ਚੱਲ ਪਾ ਰਿਹਾ, ਉਹ ਫਲੋਪ ਹੈ, ਅਤੇ ਇਹਦਾ ਅਲਟਰਨੇਟਿਵ ਕੋਈ ਨੇਚਰ ਨਾਲ ਇਕਸੁਰਤਾ ਵਾਲਾ ਜਾਂ ਇਸ ਲੈਵਲ ਦਾ ਕੋਈ ਮਾਡਲ ਹੋਣਾ ਚਾਹੀਦਾ? ਅਤੇ ਇਹ ਬਿਨਾਂ ਪਾਲਿਸੀ ਸਪੋਰਟ ਤੋਂ, ਗੌਰਮੈਂਟ ਦੀ ਪਾਲਿਸੀ ਸਪੋਰਟ ਤੋਂ ਬਿਨਾਂ ਸਰਵਾਈਵ ਕਰਨਾ ਸੰਭਵ ਹੈ ਕਿਤੇ, ਜਾਂ ਗੌਰਮੈਂਟ ਨੂੰ ਹੀ ਮਜਬੂਰ ਕਰਨਾ ਪਏਗਾ? ਕਰਦੇ ਨੇ, ਜਿਵੇਂ ਫਾਰਮਰ ਡਿਮਾਂਡ ਵੀ ਕਰਦੇ ਨੇ ਕਿ ਉਹ ਇਹਦੇ ਨਾਲ ਪਾਲਿਸੀ ਸਪੋਰਟ ਵੀ ਦੇ। ਦੇਖੋ, 2 ਗੱਲਾਂ ਹੈ ਇੱਥੇ ਵੀ। ਤੁਸੀਂ ਜਿਹੜੀ ਗੱਲ ਬੋਲੀ ਹੈ ਉਹ ਦੇਰ ਇਜ਼ ਨੋ ਡਿਨਾਈਂਗ ਕਿ ਉਹ ਰਸਤਾ ਹੈ, ਫਿਊਚਰ ਹੈ ਸਾਡੇ ਵਾਸਤੇ, ਕਿ ਅਸੀਂ ਕੈਮੀਕਲ ਜਾਂ ਇੰਡਸਟਰੀਅਲ ਐਗਰੀਕਲਚਰ ਦੇ ਮਾਡਲ ਤੋਂ ਨਿਕਲ ਕੇ ਅਸੀਂ ਨੈਚੁਰਲ ਫਾਰਮਿੰਗ ਦੇ ਸਿਸਟਮ 'ਤੇ ਜਾਂ ਆਰਗੈਨਿਕ ਫਾਰਮਿੰਗ ਕਹੀਏ ਉਹਦੇ ਉੱਪਰ ਆਈਏ। ਐਗਰੋ ਇਕੋਲੋਜੀ ਦਾ ਰਸਤਾ ਜਿਹੜਾ ਕਿਹਾ ਜਾਂਦਾ ਹੈਗਾ। ਇਨਫੈਕਟ ਇੱਕ ਸਟੱਡੀ ਹੈਗੀ ਹੈ ਯੂਨਾਈਟਿਡ ਨੇਸ਼ਨ ਔਰ ਵਰਲਡ ਬੈਂਕ ਦੀ ਕੰਬਾਈਨਡ ਸਟੱਡੀ ਸੀਗੀ, ਜਿਹਦੇ ਵਿੱਚ 400-500 ਦੁਨੀਆ ਦੇ ਸਾਇੰਟਿਸਟ ਮਿਲ ਕੇ ਬੈਠੇ ਸੀਗੇ। ਇਟ ਇਜ਼ ਕਾਲਡ IAASTD, ਇੰਟਰਨੈਸ਼ਨਲ ਅਸੈਸਮੈਂਟ ਫॉर ਐਗਰੀਕਲਚਰ ਐਂਡ ਸਸਟੇਨੇਬਲ ਟੈਕਨੋਲੋਜੀ ਡਿਵੈਲਪਮੈਂਟ, ਇਸ ਤਰ੍ਹਾਂ ਕੁਛ ਹੈ। IAASTD ਗੂਗਲ ਕਰੋ, ਇੰਡੀਆ ਇਜ਼ ਅ ਸਿਗਨੇਟਰੀ ਟੂ ਇਟ। ਉਹਨਾਂ ਨੇ ਕਿਹਾ ਸੀਗਾ ਕਿ ਬਿਜ਼ਨਸ ਐਜ਼ ਯੂਜੂਅਲ ਇਜ਼ ਨਾਟ ਦੀ ਵੇ ਫਾਰਵਰਡ। ਇਹ ਉਹਨਾਂ ਨੇ ਕਿਹਾ। ਉਹਨਾਂ ਨੇ ਐਗਜ਼ਾਮਪਲ ਵੀ ਦਿੱਤੇ ਹੈਗੇ ਕਿ ਬਈ ਦੁਨੀਆ 'ਚ ਕਿੱਥੇ ਕਿੱਥੇ ਅੱਛਾ ਸਕਸੈਸਫੁਲ ਜਿਹੜਾ ਆਲਟਰਨੇਟਿਵ ਹੈਗੇ ਖੜੇ ਹੋ ਗਏ ਹੈਗੇ। ਲੇਕਿਨ ਕਿਉਂਕਿ ਸਾਡੀ ਇਕਨੋਮਿਕ ਸੋਚ ਨਹੀਂ ਉਹਨੂੰ ਐਡਵਾਈਜ਼ ਕਰਦੀ ਹੈ, ਅਸੀਂ ਉਹ 'ਤੇ ਉਸ ਰਸਤੇ 'ਤੇ ਨਹੀਂ ਜਾ ਰਹੇ ਹੈਗੇ। ਯੈਸ ਦੇਰ ਆਰ ਇੰਡੀਆ ਵਿੱਚ ਤਾਂ ਬੜੇ ਐਗਜ਼ਾਮਪਲ ਹੈਗੇ ਇਹਦੇ ਸਭ, ਇਨਕਲੂਡਿੰਗ ਆਂਧਰਾ ਪ੍ਰਦੇਸ਼ ਵਿੱਚ ਜੋ ਇੱਕ ਅਸੀਂ ਕਮਿਊਨਿਟੀ ਮੈਨੇਜ ਨੈਚੁਰਲ ਫਾਰਮਿੰਗ ਦੀ ਗੱਲ ਕਰਦੇ ਹੈਗੇ ਹਾਂ, ਬਹੁਤ ਬੜਾ ਪ੍ਰੋਗਰਾਮ ਵਿਦ ਗਵਰਨਮੈਂਟ ਸਪੋਰਟ ਚੱਲ ਰਿਹਾ ਹੈਗਾ। ਪਰ ਉਹਦੇ ਬਾਅਦ ਗੱਲ ਕਰਦੇ ਹਾਂ। ਪਰ ਦੂਜੀ ਗੱਲ ਇੱਕ ਹੋਰ ਹੈ ਸਰ,
ਕਿਤੇ ਨਾ ਕਿਤੇ ਜਦ ਅਸੀਂ ਇਕਨੋਮਿਕਸ ਦੀ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਉਹਨੂੰ ਇਹ ਨੈਚੁਰਲ ਫਾਰਮਿੰਗ ਦੇ ਨਾਲ ਜੋੜ ਦਿੰਦੇ ਹੈਗੇ ਹਾਂ। ਇੱਕ ਰੋਮੈਂਟਿਸਿਜ਼ਮ ਦੀ ਇੱਕ ਕੋਸ਼ਿਸ਼ ਹੋ ਰਹੀ ਹੈ, ਪ੍ਰਯਾਸ ਹੋ ਰਿਹਾ ਕਿ ਜਦ ਅਸੀਂ ਨੈਚੁਰਲ ਫਾਰਮਿੰਗ ਕਰਾਂਗੇ ਤਾਂ ਕਿਸਾਨ ਨੂੰ ਸਾਨੂੰ ਇਨਕਮ ਦੇਣ ਦੀ ਜ਼ਰੂਰਤ ਨਹੀਂ ਹੈ, ਯਾਨੀ ਕਿਸਾਨ ਦੀ ਇਨਕਮ ਆਟੋਮੈਟਿਕਲੀ ਡਬਲ ਹੋ ਜਾਏਗੀ ਜਾਂ ਆਟੋਮੈਟਿਕਲੀ ਉਹਦਾ ਹੀ ਵਿਲ ਬੀ ਟੇਕਨ ਕੇਅਰ ਆਫ। ਮੈਂ ਮੰਨਦਾ ਕਿ ਇਹ ਰੋਮੈਂਟਿਸਿਜ਼ਮ ਹੈ, ਇਹ ਸਾਨੂੰ ਬੰਦ ਕਰਨਾ ਚਾਹੀਦਾ। ਆਲ ਫਾਰਮਰਸ ਇਰਰਿਸਪੈਕਟਿਵ ਕਿ ਨੈਚੁਰਲ ਫਾਰਮਿੰਗ ਕਰ ਰਹੇ ਹੈ ਜਾਂ ਦੂਜੀ ਫਾਰਮਿੰਗ ਕਰ ਰਹੇ ਹੈ, ਇੰਡਸਟਰੀਅਲ ਫਾਰਮਿੰਗ ਮਾਡਲ 'ਚ ਹੈਗੇ, ਦੇ ਆਲ ਨੀਡ ਏ ਹਾਇਰ ਇਨਕਮ। ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਇਹ ਨਾ ਕਰੀਏ, ਇਹ ਦੋਨੋਂ 'ਚ ਉਹ ਗੈਪ ਨਾ ਪਾ ਦਈਏ ਕਿ ਇਸ ਰਸਤੇ ਵਿੱਚ ਉਹੀ ਮੈਂ ਦੇਖਦਾ ਸ਼ਾਇਦ ਨੀਤੀ ਆਯੋਗ ਜਦ ਕਹਿੰਦਾ ਕਿ ਸਾਨੂੰ ਆਂਧਰਾ ਪ੍ਰਦੇਸ਼ ਦੇ ਮਾਡਲ ਨੂੰ ਪ੍ਰਮੋਟ ਕਰਨਾ ਚਾਹੀਦਾ, ਉਹਦਾ ਇੰਟਰਸਟ ਇਹ ਹੈ ਕਿ ਸ਼ਾਇਦ ਫਾਰਮਿੰਗ ਵਾਸਤੇ ਕੋਈ ਹੋਰ ਇਨਵੈਸਟਮੈਂਟ ਨਹੀਂ ਕਰਨੀ ਪਏਗੀ ਜਾਂ ਇਨਕਮ ਨਹੀਂ ਦੇਣੀ ਪਏਗੀ ਕਿਸਾਨਾਂ ਨੂੰ ਜ਼ਿਆਦਾ। ਲੇਕਿਨ ਮੈਨੂੰ ਲੱਗਦਾ ਕਿ ਉਹ ਰਸਤਾ ਨਹੀਂ ਹੈ। ਵੀ ਸ਼ੁੱਡ ਫੋਲੋ ਦੈਟ ਸਿਸਟਮ ਕਿ ਵੇਅਰ ਫਾਰਮਰਸ ਦੀ ਇਨਕਮ ਨੂੰ बढ़ाना है। क्यों मैं कह रहा सर, यूरोप ने एक डिसाइड किया है कि 2030 तक 25% एग्रीकल्चर लैंड एग्रो इकोलॉजी के अंडर आएंगे। ਨਾਲ ਇਹ ਵੀ ਕਹਿ ਰਿਹਾ ਹੈ ਕਿ ਜਿਹੜੇ ਐਗਰੋ ਇਕੋਲੋਜੀ ਦੇ ਫਾਰਮਿੰਗ ਕਰਨਗੇ ਉਹਨਾਂ ਦੇ ਫਾਰਮਰਸ ਨੂੰ 30% ਜ਼ਿਆਦਾ ਇਨਕਮ ਮਿਲਣੀ ਚਾਹੀਦੀ ਹੈ, ਪ੍ਰੀਮੀਅਮ ਮਿਲਣਾ ਚਾਹੀਦਾ ਫਾਰਮਰਸ ਦੀ ਪ੍ਰੋਡਿਊਸ ਦੇ ਉੱਪਰ। ਇਹ ਇੰਪੋਰਟੈਂਟ ਹੈ। ਸਾਡੇ ਹਿੰਦੁਸਤਾਨ 'ਚ ਅਸੀਂ ਗੱਲ ਕਰਦੇ ਹਾਂ ਕਿ ਆਰਗੈਨਿਕ ਤਰਫ ਜਾਈਏ, ਲੇਕਿਨ ਨੋਬਡੀ ਇਜ਼ ਟਾਕਿੰਗ ਅਬਾਊਟ ਕਿ ਪ੍ਰੀਮੀਅਮ ਕਿੱਥੇ ਮਿਲਣਾ ਚਾਹੀਦਾ ਉਹਨੂੰ, ਬਿਕੋਜ਼ ਆਫਟਰ ਆਲ ਉਹ ਜਿਹੜਾ ਪਰਿਆਵਰਨ ਨੂੰ ਬਚਾਉਂਦਾ ਹੈਗਾ, ਉਹ ਜਿਹੜੀ ਈਕੋਸਿਸਟਮ ਦੀ ਜਿਹੜੀ ਕਾਸਟ ਹੈਗੀ, ਸਰਵਿਸ ਹੈਗੀ ਹੈ, ਉਹਦੇ ਵਾਸਤੇ ਹੀ ਸ਼ੁੱਡ ਬੀ ਪੇਡ ਐਕਸਟਰਾ ਨਾ। ਵਾਈ ਨਾਟ? ਤਾਂ ਮੇਰਾ ਇਹ ਕਹਿਣਾ ਕਿ ਈਕੋਸਿਸਟਮ ਸਰਵਿਸਿਜ਼ ਫਾਰਮਰਸ ਪ੍ਰੋਟੈਕਟ ਕਰਦੇ ਹੈਗੇ, ਦੇ ਸ਼ੁੱਡ ਬੀ ਪੇਡ ਏ ਹਾਇਰ ਪ੍ਰਾਈਸ, ਦੇ ਸ਼ੁੱਡ ਬੀ ਗਿਵਨ ਏ ਪ੍ਰੀਮੀਅਮ। ਲੇਕਿਨ ਤੁਸੀਂ ਅਗਰ ਉਹਨੂੰ ਇਹ ਡਿਪਰਾਈਵ ਕਰ ਦਿਓ ਔਰ ਤੁਸੀਂ ਬੋਲੋ ਕਿ ਨਹੀਂ ਹੁਣ ਤੇਰਾ ਕੰਮ ਹੋ ਗਿਆ, ਤੂੰ ਆਪਣੇ ਆਪ ਗੁਜ਼ਾਰਾ ਕਰ ਉਹਦੇ ਵਿੱਚ, ਮੈਂ ਆਈ ਥਿੰਕ ਦੈਟ ਇਜ਼ ਨਾਟ ਦੀ ਵੇ ਫਾਰਵਰਡ ਤਾਂ ਹੀ ਹੋ ਸਕਦਾ ਹੈ ਕਿ ਕੰਬੀਨੇਸ਼ਨ ਤੁਸੀਂ ਇਨਕਮ ਵੀ ਹਾਇਰ ਦਿਓ ਔਰ ਨਾਲ ਉਹਦੇ ਜਿਹੜੇ ਪੋਜ਼ੀਟਿਵਸ ਹੈਗੇ ਉਹ ਦਿਖਾਓ। ਔਰ ਜੋ ਸੋਸਾਇਟੀ ਹੁਣ ਡਿਮਾਂਡ ਵੀ ਕਰ ਰਹੀ ਹੈ, ਦੇ ਆਰਗੈਨਿਕ ਫੂਡ ਦੀ ਪ੍ਰੋਡਕਸ਼ਨ ਜੀ ਜਾਂ ਡਿਮਾਂਡ ਜਿਹੜੀ ਹੈ ਵੱਧਦੀ ਜਾ ਰਹੀ ਹੈ, ਸਭ ਜਾਣਦੇ ਹਾਂ ਅਸੀਂ, ਤਾਂ ਉਹਦੇ ਵਾਸਤੇ ਸਾਨੂੰ ਮੈਨੂੰ ਲੱਗਦਾ ਹੈ ਕਿ ਇੱਕ ਸਿਸਟਮ ਨੂੰ ਪ੍ਰੋਲੀਫਰੇਟ ਕਰਨਾ ਪਏਗਾ। ਦੂਸਰੀ ਗੱਲ ਸਰ, ਹੁਣ ਆਂਧਰਾ ਪ੍ਰਦੇਸ਼ ਦਾ ਮਾਡਲ ਦੇਖੋ, ਕਮਿਊਨਿਟੀ ਮੈਨੇਜ ਸਸਟੇਨੇਬਲ ਐਗਰੀਕਲਚਰ ਸ਼ੁਰੂ ਹੋਇਆ ਸੀਗਾ ਕੋਈ 15-20 ਸਾਲ ਹੋ ਗਏ। ਉਹ ਇੱਕ ਪਿੰਡ ਤੋਂ ਸ਼ੁਰੂ ਹੋਇਆ ਸੀਗਾ, ਪੰਨੂਕੁਲਾ ਸੀ, ਖੰਮਮ ਜ਼ਿਲ੍ਹੇ ਵਿੱਚ। ਉਸ ਪਿੰਡ ਦੇ ਬਜ਼ੁਰਗਾਂ ਨੇ ਸੋਚਿਆ ਸੀਗਾ ਕਿ ਬਈ ਪੈਸਟੀਸਾਈਡ ਨਾਲ ਬਹੁਤ ਨੁਕਸਾਨ ਹੋ ਚੁੱਕਾ, ਲੈਟ ਅਸ ਬੈਨ ਪੈਸਟੀਸਾਈਡ ਔਰ ਸਟਾਪ ਯੂਜ਼ਿੰਗ ਪੈਸਟੀਸਾਈਡ। ਇੱਕ ਪਿੰਡ ਨੇ ਪੈਸਟੀਸਾਈਡਸ ਬੰਦ ਕੀਤੇ ਸੀਗੇ, ਸਿਰਫ ਇੱਕ ਪਿੰਡ ਨੇ, ਔਰ ਲੋਕਾਂ ਨੇ ਬਹੁਤ ਡਰਾਇਆ ਉਹਨਾਂ ਨੂੰ, ਤੁਸੀਂ ਮਰ ਜਾਓਗੇ, ਤੁਹਾਡੀ ਪੈਦਾਵਾਰ ਖਤਮ ਹੋ ਜਾਏਗੀ, ਹੋਰ ਕਿਸਾਨ ਆਤਮ ਹੱਤਿਆ ਕਰਨਗੇ। ਬਟ ਦੇ ਵਿਲੇਜ ਐਲਡਰਸ ਜਿਹੜੇ ਸੀਗੇ, ਦੇ ਸਟੂਡ ਦੇ ਗਰਾਊਂਡ ਸਰ, ਉਹਨਾਂ ਨੇ ਆਲਟਰਨੇਟਿਵ ਮੈਥਡਸ ਵੀ ਅਡੋਪਟ ਕੀਤੇ। ਉਹ ਫੈਲਦਾ ਇਟ ਐਕਸਪੈਂਡਿਡ ਟੂ 30 ਮਿਲੀਅਨ ਏਕੜ, 30 ਲੱਖ ਏਕੜਸ ਫੈਲ ਗਿਆ ਸਰ। ਉਹ ਜਦੋਂ ਇੰਨਾ ਬੜਾ ਫੈਲ ਗਿਆ, ਉਹਦੇ ਬਾਅਦ ਫਿਰ ਸਰਕਾਰ ਦੋਨੋਂ ਸਟੇਟਸ ਬਾਈਫਰਕੇਟ ਹੋ ਗਈਆਂ। ਹੁਣ ਆਂਧਰਾ ਪ੍ਰਦੇਸ਼ ਨੇ ਕੀਤਾ ਕਿ ਉਹਨਾਂ ਨੇ ਇੱਕ ਸਟੇਟ ਪ੍ਰੋਗਰਾਮ ਬਣਾਤਾ ਹੈ। ਉਹਨਾਂ ਦਾ ਆਬਜੈਕਟਿਵ ਹੈ ਕਿ 2024 ਤੱਕ ਜਿੰਨੇ ਵੀ ਉੱਥੇ ਕਿਸਾਨ ਹੈਗੇ ਆਂਧਰਾ ਪ੍ਰਦੇਸ਼ ਦੇ 60 ਲੱਖ ਦੇ ਆਸ-ਪਾਸ ਪਰਿਵਾਰ ਹੈਗੇ, ਸਭ ਨੂੰ ਕਨਵਰਟ ਕਰਤਾ ਜਾਏਗਾ ਫਰੋਮ ਕੈਮੀਕਲ ਟੂ ਨਾਨ ਕੈਮੀਕਲ। ਆਲਰੇਡੀ ਸਰ, ਇਹ ਮੈਂ 2 ਸਾਲਾਂ ਵਿੱਚ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੇ 6 ਲੱਖ ਕਿਸਾਨਾਂ ਨੂੰ ਆਲਰੇਡੀ ਕਨਵਰਟ ਕਰਤਾ ਹੈਗਾ। ਇਹ ਮਤਲਬ ਕਹਿੰਦਾ ਕਿ ਸਭ ਤੋਂ ਬੜਾ, ਮੇਰਾ ਮੰਨਣਾ ਹੈ ਕਿ ਦੁਨੀਆ ਵਿੱਚ ਸਭ ਤੋਂ ਬੜਾ ਐਗਰੋ ਇਕੋਲੋਜੀਕਲ ਮਾਡਲ ਜਿਹੜਾ ਹੈਗਾ ਉਹ ਸਾਡੇ ਦੇਸ਼ ਵਿੱਚ ਹੈਗਾ, ਔਰ ਸਾਡੇ ਦੇਸ਼ ਨੂੰ ਨਹੀਂ ਪਤਾ ਹੈ, ਬਿਕੋਜ਼ ਨੋਬਡੀ ਵਾਂਟਸ ਟੂ ਟਾਕ ਅਬਾਊਟ ਇਟ। ਅਗਰ ਇਹੀ ਇੰਡਸਟਰੀ ਨੇ ਕੀਤਾ ਹੁੰਦਾ, ਹਾਂਜੀ, ਉਹਨਾਂ ਦਾ ਇਨਵੈਸਟਮੈਂਟ ਹੋਈ ਹੁੰਦੀ, ਸਭ ਮੀਡੀਆ ਨੇ, ਯੂਨੀਵਰਸਿਟੀਜ਼ ਨੇ ਸਾਰੀ ਗੱਲ ਕਰਨੀ ਸੀਗੀ। ਲੇਕਿਨ ਕਿਉਂਕਿ ਫਾਰਮਰਸ ਨੇ ਆਪਣੇ ਆਪ ਕੀਤਾ ਹੈਗਾ ਔਰ ਸਟੇਟ ਗਵਰਨਮੈਂਟ ਉਸ ਤਰਫ ਜਾ ਰਹੀ ਹੈ ਜਿਹਦੇ ਵਿੱਚ ਕੈਮੀਕਲ ਫਰਟੀਲਾਈਜ਼ਰ, ਪੈਸਟੀਸਾਈਡਸ ਜਾਂ ਹੋਰ ਇਨਪੁਟਸ ਨਹੀਂ ਯੂਜ਼ ਹੋ ਰਹੇ ਹੈ, ਅਤੇ ਇਸ ਕਰਕੇ ਮੈਨੂੰ ਲੱਗਦਾ ਕਿਸੇ ਦਾ ਇੰਟਰਸਟ ਨਹੀਂ ਹੈਗਾ, ਮੀਡੀਆ ਦਾ ਵੀ ਇੰਟਰਸਟ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਹੈ ਕਿ ਅਗਰ ਅਸੀਂ ਉਹਨੂੰ ਰੈਪਲੀਕੇਟ ਕਰਨਾ ਚਾਹੀਏ ਤਾਂ ਮੈਨੂੰ ਲੱਗਦਾ ਕੋਈ ਮੁਸ਼ਕਿਲ ਨਹੀਂ ਹੋਣਾ ਚਾਹੀਦਾ। ਅਗਰ ਇੱਕ ਆਂਧਰਾ ਪ੍ਰਦੇਸ਼ ਵਿੱਚ ਹੋ ਸਕਦਾ 6 ਲੱਖ ਕਿਸਾਨਾਂ ਨਾਲ ਹੋ ਸਕਦਾ, ਤਾਂ 60 ਲੱਖ ਕਿਸਾਨਾਂ ਨਾਲ ਵੀ ਹੋ ਸਕਦਾ, 600 ਲੱਖ ਕਿਸਾਨਾਂ ਨਾਲ ਵੀ ਹੋ ਸਕਦਾ। ਸੋ ਲੈਟਸ ਡੂ ਇਟ। ਅਗਰ ਗਵਰਨਮੈਂਟ ਪੁਸ਼ ਕਰੇ ਤਾਂ ਹੋ ਸਕਦਾ ਹੈ ਸਰ। ਬਹੁਤ ਹੋਰ ਗੱਲਾਂ ਕਰਨ ਵਾਲੇ ਸੀ, ਪਰ ਟਾਈਮ ਉਸ ਲੈਵਲ ਦਾ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ। ਥੈਂਕ ਯੂ ਸਰ। ਦਰਸ਼ਕੋ, ਬਹੁਤ ਗੱਲਬਾਤ ਸੀਰੀਅਸਲੀ ਅਸੀਂ ਸੋਚਦੇ ਹਾਂ ਕਿ ਐਗਰੀਕਲਚਰ ਦਾ ਜਾਂ ਖੇਤੀ ਦੇ ਸੰਕਟ ਦੇ ਨਾਲ ਜੁੜਿਆ ਜਿਹੜਾ ਗੰਭੀਰ ਸਵਾਲ ਨੇ, ਉਹ ਵੀ ਸਾਨੂੰ ਡਿਸਕਸ ਕਰਨੇ ਪੈਣਗੇ ਕਿਸਾਨ ਅੰਦੋਲਨ ਦੇ ਨਾਲ ਦੀ ਨਾਲ। ਇੱਕ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਮਾਹਰਾਂ ਦੇ ਨਾਲ ਖੇਤੀਬਾੜੀ ਦੇ ਮਾਡਲ ਬਾਰੇ ਜਾਂ ਖੇਤੀਬਾੜੀ ਦੇ ਸੰਕਟ ਬਾਰੇ, ਇਹਦੇ 'ਚੋਂ ਨਿਕਲਣ ਦੇ ਲਈ ਕੀ ਕੀਤਾ ਜਾ ਸਕਦਾ, ਕਮਿਊਨਿਟੀ ਦੇ ਪੱਧਰ 'ਤੇ, ਗੌਰਮੈਂਟ ਦੇ ਪੱਧਰ 'ਤੇ, ਇਹ ਚਰਚਾ ਦਾ ਸਿਲਸਿਲਾ ਜਾਰੀ ਰੱਖਾਂਗੇ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।